ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਜੁੜ ਕਰਕੇ ਔਰ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਮਿਹਰ ਕਰਕੇ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਮਨ ਬਿਰਤੀਆਂ ਨੂੰ ਇਕਾਗਰ, ਦੋਵੇਂ ਹੱਥ ਜੋੜ ਰਸਨਾਵਾਂ ਪਵਿੱਤਰ ਕਰਦਿਆਂ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਕਸਤੂਰੀ ਪਿਆ ਭਵਰ ਪਏ ਸਭ ਦਾਸ। ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਭਗਤ ਕਬੀਰ ਜੀਓ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 1371 ਔਰ 72 ਦੇ ਉੱਪਰ ਸੁਭਾਇਮਾਨ ਹੈ। ਇਸ ਤੋਂ ਪਹਿਲਾਂ ਆਪ ਸੰਗਤਾਂ 140 ਸ਼ਲੋਕਾਂ ਤੱਕ ਦੀ ਵਿਚਾਰ ਜੋ ਹੈ ਉਹ ਸਰਵਣ ਕਰ ਚੁੱਕੀਆਂ। ਅਗਲੇਰੇ 3 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਜਿਸ ਸ਼ਲੋਕ ਦੀ ਵਿਚਾਰ ਅੱਜ ਆਪਾਂ ਪ੍ਰਾਰੰਭਣੀ ਹੈ ਇਹਦੀ ਵਿਚਾਰ ਨੂੰ ਪ੍ਰਾਰੰਭਣ ਤੋਂ ਪਹਿਲਾਂ ਇਹਦਾ ਥੋੜਾ ਜਿਹਾ ਜਿਹੜਾ ਉਚਾਰਨ ਪੱਖ ਹੈ, ਕਿਉਂਕਿ ਜਦੋਂ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਆ ਨਾ
ਤੇ ਤਕਰੀਬਨ ਹਰ ਸ਼ਲੋਕ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੇ ਨਾਮ ਦਾ ਜ਼ਿਕਰ ਆਉਂਦਾ। ਕਬੀਰ ਹਰ ਸ਼ਲੋਕ ਤੋਂ ਪਹਿਲਾਂ। ਇਸੇ ਤਰ੍ਹਾਂ ਇਸ ਸ਼ਲੋਕ ਵਿੱਚ ਵੀ ਜ਼ਿਕਰ ਤੇ ਕੀਤਾ ਗਿਆ ਕਬੀਰ ਕਸਤੂਰੀ ਭਇਆ। ਹੁਣ ਇਹਦੇ ਤੇ ਬਾਕੀ ਸ਼ਲੋਕਾਂ ਵਿੱਚ ਫਰਕ ਕੀ ਹੈ? ਪਹਿਲਾਂ ਵੀ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ, ਅਕਸਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਨਾ, ਗੁਰਬਾਣੀ ਵਿੱਚ ਜਦੋਂ ਕਿਸੇ ਨੂੰ ਸੰਬੋਧਨ ਕੀਤਾ ਜਾਂਦਾ ਹੈ, ਕਿਸੇ ਨੂੰ ਸੰਬੋਧਨ ਕਰਕੇ ਆਵਾਜ਼ ਮਾਰੀ ਜਾਂਦੀ ਜਦੋਂ, ਤੇ ਉਦੋਂ ਨਾ ਗੁਰਬਾਣੀ ਦੇ ਵਿੱਚ ਗੁਰਬਾਣੀ ਵਿਆਕਰਣ ਦਾ ਜੋ ਨਿਯਮ ਹੈ, ਉਸ ਰੂਲ ਮੁਤਾਬਕ, ਉਸ ਨਿਯਮ ਮੁਤਾਬਕ ਨਾ ਉਸ ਅੱਖਰ ਦੇ ਅਖੀਰ ਵਿਚਲਾ ਜਿਹੜਾ ਔਂਕੜ ਹੈ ਉਹ ਹਟ ਜਾਂਦਾ ਹੈ ਜਦੋਂ ਸੰਬੋਧਨ ਕਰਕੇ ਆਵਾਜ਼ ਮਾਰਦੇ ਆ। ਜਿਵੇਂ ਆਪਾਂ ਗੁਰਬਾਣੀ ਪੜ੍ਹੋਗੇ ਨਾ, ਗੁਰਬਾਣੀ ਵਿੱਚ ਨਾਨਕ ਲਫ਼ਜ਼ ਜਦੋਂ ਆਉਂਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਦੋਂ ਆਉਂਦਾ ਹੈ, ਉਹ 3 ਰੂਪਾਂ ਵਿੱਚ ਹੈ। ਇੱਕ ਕੱਕੇ ਨੂੰ ਮੁਕਤਾ ਜਿੱਥੇ ਕੋਈ ਮਾਤਰਾ ਨਹੀਂ, ਇੱਕ ਕੱਕੇ ਨੂੰ ਸਿਹਾਰੀ ਤੇ ਇੱਕ ਕੱਕੇ ਨੂੰ ਔਂਕੜ। ਇਹ 3 ਤਰ੍ਹਾਂ ਦੇ ਰੂਪ ਜਿਹੜੇ ਆਪਾਂ ਨੂੰ ਗੁਰਬਾਣੀ ਵਿੱਚ ਮਿਲਦੇ। ਔਂਕੜ ਆਉਣ ਦਾ ਤੇ ਇੱਕੋ ਹੀ ਕਾਰਨ ਹੈ, ਇੱਕੋ ਹੀ ਰੀਜ਼ਨ ਹੈ ਵੀ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਜ਼ਿਕਰ ਕੀਤਾ ਹੋਇਆ ਹੈ। ਉੱਥੇ ਅਸੀਂ ਕੋਈ ਦੂਸਰਾ ਜਿਹੜਾ ਅਰਥ ਹੈ ਜਾਂ ਕਿਸੇ ਹੋਰ ਪ੍ਰਕਾਰ ਵਿਚਾਰ ਜਿਹੜੀ ਉਹ ਨਹੀਂ ਕਰ ਸਕਦੇ। ਉੱਥੇ ਸਾਨੂੰ ਨਾਨਕ ਨਾਮ ਦੇ ਜਿਹੜੇ ਅਰਥ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਨਾਲ ਹੀ ਕਰਨੇ ਪੈਣਗੇ। ਜਦੋਂ ਕੱਕੇ ਨੂੰ ਔਂਕੜ ਹਟ ਜਾਂਦੀ ਹੈ, ਉੱਥੇ ਹੁਣ ਔਂਕੜ ਹਟ ਜਾਣ ਦੇ ਕਈ ਕਾਰਨ ਨੇ, ਜਿਨ੍ਹਾਂ ਵਿੱਚ 4 ਕਾਰਨ ਪ੍ਰਮੁੱਖ ਨੇ, ਜਿਨ੍ਹਾਂ ਵਿੱਚੋਂ ਇੱਕ ਕਾਰਨ ਹੈ ਵੀ ਉੱਥੇ ਸੰਬੋਧਨ ਕਰਕੇ ਆਵਾਜ਼ ਮਾਰੀ ਗਈ ਵੀ ਹੇ ਨਾਨਕ। ਜਦੋਂ ਹੇ ਨਾਨਕ ਅਰਥ ਕਰਦੇ ਹਾਂ ਆਪਾਂ ਤੇ ਉਦੋਂ ਕੱਕੇ ਦਾ ਔਂਕੜ ਜਿਹੜਾ ਉਹ ਹਟ ਜਾਂਦਾ ਹੈ। ਇਹ ਮੈਂ ਵਿਚਾਰ ਤਾਂ ਰੱਖ ਰਿਹਾ ਕਿਉਂਕਿ ਇੱਥੇ ਸਤਿਗੁਰੂ ਜੀ ਨੇ ਜਿਹੜਾ ਭਗਤ ਕਬੀਰ ਸਾਹਿਬ ਨੇ ਸ਼ਲੋਕ ਉਚਾਰਨ ਕੀਤਾ ਹੈ ਨਾ, ਕਬੀਰ ਭਵਰ ਭਇਆ, ਕਬੀਰ ਕਸਤੂਰੀ ਭਇਆ। ਹੁਣ ਇੱਥੇ ਕਬੀਰ ਦੇ ਰਾਰੇ ਨੂੰ ਔਂਕੜ ਹੈ ਤੇ ਇੱਥੇ ਆਪਾਂ ਭਗਤ ਕਬੀਰ ਸਾਹਿਬ, ਜਦੋਂ ਕਬੀਰ ਦੇ ਅਰਥ ਕਰਾਂਗੇ ਤੇ ਭਗਤ ਕਬੀਰ ਸਾਹਿਬ ਨਹੀਂ, ਇੱਥੇ ਕਬੀਰ ਦੇ ਅਰਥ ਸਾਨੂੰ ਪ੍ਰਮਾਤਮਾ ਕਰਨੇ ਪੈਣਗੇ। ਉਹ ਅਕਾਲ ਪੁਰਖ। ਕਬੀਰ ਦਾ ਆਖਰੀ ਅਰਥ ਹੁੰਦਾ ਵੱਡਾ, ਵਡਿਆਈ ਵਾਲਾ। ਤੇ ਹੁਣ ਜਦੋਂ ਰਾਰੇ ਨੂੰ ਔਂਕੜ ਲੱਗੀ ਹੈ ਤੇ ਇੱਥੇ ਕਬੀਰ ਕਸਤੂਰੀ ਭਇਆ, ਉਹ ਵੱਡਾ ਪਰਮੇਸ਼ਵਰ ਜਿਹੜਾ ਉਹ ਕੀ ਹੈ? ਕਸਤੂਰੀ ਹੈ। ਕਸਤੂਰੀ ਵਾਂਗੂ ਜਿਵੇਂ ਇੱਕ ਪਦਾਰਥ ਐਸਾ ਮੰਨਿਆ ਜਾਂਦਾ, ਇਹਨੂੰ ਸੁਗੰਧੀ ਦਾ ਪਦਾਰਥ ਮੰਨਿਆ ਜਾਂਦਾ, ਤੇ ਅਕਸਰ ਜਦੋਂ ਇਹਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਇਹ ਆਖਿਆ ਜਾਂਦਾ ਜੀ ਇਹ ਹਿਰਨ ਦੀ ਨਾਭੀ ਵਿੱਚ ਹੁੰਦਾ ਹੈ। ਕਸਤੂਰੀ ਜਿਹੜੀ ਹਿਰਨ ਦੀ ਨਾਭੀ ਵਿੱਚ ਹੈ, ਉਹਦੇ ਨਾਭੀ ਵਿੱਚੋਂ ਨਾ ਉਹਨੂੰ ਸੁਗੰਧੀ ਆਉਂਦੀ ਹਿਰਨ ਨੂੰ, ਤੇ ਉਹ ਸੁਗੰਧੀ ਨੂੰ ਲੱਭਣ ਦੀ ਜਿਹੜਾ ਮਾਨਣ ਦੀ ਬਜਾਏ ਨਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ, ਲੱਭਣ ਦਾ ਯਤਨ ਕਰਦਾ ਤੇ ਉਹ ਦੌੜਦਾ। ਹੁਣ ਆ ਤੇ ਅੰਦਰੋਂ ਹੀ ਰਹੀ ਹੈ ਸੁਗੰਧੀ, ਉਹ ਦੌੜਦਾ। ਜਿਵੇਂ ਜਿਵੇਂ ਦੌੜਦਾ ਉਹਦੇ ਸਵਾਸਾਂ ਦੀ ਗਤੀ, ਉਹਦੇ ਸਾਹਾਂ ਦੀ ਗਤੀ ਤੇਜ਼ ਹੁੰਦੀ ਜਾਂਦੀ ਹੈ। ਜੇ ਆਪਾਂ ਵੀ ਭੱਜਾਂਗੇ ਤੇ ਆਪਣੇ ਸਵਾਸ ਜਿਹੜੇ ਨੇ ਉਹਨਾਂ ਦੀ ਗਤੀ ਵਧੇਗੀ, ਤੇਜ਼ ਹੋ ਜਾਣਗੇ। ਕਿੱਥੇ ਨਾਰਮਲੀ ਆਪਾਂ ਸਵਾਸ ਲੈ ਰਹੇ ਹਾਂ, ਕਿੱਥੇ ਜਦੋਂ ਤੇਜ਼ੀ ਨਾਲ ਸਾਹ ਲਵਾਂਗੇ। ਤੇ ਉਹ ਜਿਵੇਂ ਜਿਵੇਂ ਦੌੜਦਾ ਤਿਵੇਂ ਤਿਵੇਂ ਉਹਦੇ ਸਾਹਾਂ ਦੀ ਗਤੀ ਵੱਧਦੀ ਜਾਂਦੀ ਹੈ, ਸਵਾਸਾਂ ਦੀ ਗਤੀ ਤੇਜ਼ ਹੁੰਦੀ ਜਾਂਦੀ। ਉਹੀ ਸੁਗੰਧੀ ਜਿਹੜੀ ਉਹਨੂੰ ਪਹਿਲੋਂ ਬੈਠਿਆਂ ਬੜੀ ਮੱਧਮ ਜਿਹੀ ਆਉਂਦੀ ਸੀ, ਜਿਵੇਂ ਜਿਵੇਂ ਸਵਾਸਾਂ ਦੀ ਗਤੀ ਵਧੀ ਜਾਂਦੀ ਹੈ ਤਿਵੇਂ ਤਿਵੇਂ ਉਹ ਹੋਰ ਤੇਜ਼ ਹੋਈ ਜਾਂਦੀ। ਕਸਤੂਰੀ ਦੀ ਸੁਗੰਧੀ ਹੋਰ ਤੇਜ਼ ਹੋਈ ਜਾਂਦੀ। ਉਹ ਜਿਵੇਂ ਜਿਵੇਂ ਤੇਜ਼ ਹੋਈ ਜਾਂਦੀ ਹੈ ਤਿਵੇਂ ਤਿਵੇਂ ਉਹ ਹੋਰ ਦੌੜਦਾ ਵੀ ਮੈਂ ਨੇੜੇ ਪਹੁੰਚ ਰਿਹਾ। ਹੁਣ ਮੂਰਖਤਾਈ ਤੇ ਇਹ ਹੈ ਵੀ ਸੱਜਣਾ ਤੂੰ ਕਿੱਥੇ ਲੱਭਣ ਤੁਰਿਆ ਜਾਣਾ, ਵੀ ਉਹ ਤੇ ਤੇਰੇ ਅੰਦਰ ਬੈਠੀ, ਤੇ ਜਿਵੇਂ ਜਿਵੇਂ ਤੇਰੇ ਸਵਾਸਾਂ ਦੀ ਗਤੀ ਵੱਧ ਰਹੀ ਹੈ ਤਿਵੇਂ ਤਿਵੇਂ ਉਹ ਸੁਗੰਧੀ ਤੈਨੂੰ ਇੰਜ ਲੱਗਦਾ ਵੀ ਤੂੰ ਨੇੜੇ ਪਹੁੰਚ ਰਿਹਾ, ਤੇ ਉਹ ਸੁਗੰਧੀ ਆ ਤੇਰੇ ਅੰਦਰੋਂ ਹੀ ਰਹੀ ਹੈ। ਪਰ ਉਹ ਜਿਵੇਂ ਜਿਵੇਂ ਦੌੜਦਾ ਤਿਵੇਂ ਤਿਵੇਂ ਸਵਾਸ ਹੋਰ ਤੇਜ਼ ਹੁੰਦੇ ਜਾਂਦੇ, ਸੁਗੰਧੀ ਹੋਰ ਵੱਧਦੀ ਜਾਂਦੀ ਹੈ। ਉਹ ਲੱਭਦਾ ਅਖੀਰ ਕੀ ਹੁੰਦਾ, ਕਦੇ ਕਿਸੇ ਰੁੱਖ 'ਚ ਵੱਜਦਾ, ਕਦੇ ਕਿਸੇ ਰੁੱਖ 'ਚ ਵੱਜਦਾ, ਤੇ ਕਈ ਵਾਰੀ ਉਹਨੂੰ ਆਪਣੀ ਜਾਨ ਤੱਕ ਵੀ ਗਵਾਉਣੀ ਪੈ ਜਾਂਦੀ, ਪਰ ਉਹਨੂੰ ਕਸਤੂਰੀ ਜਿਹੜੀ ਨਾ ਲੱਭ ਨਹੀਂ ਪਾਉਂਦਾ। ਇਹਨੂੰ ਸੁਗੰਧੀ ਦਾ ਇੱਕ ਪਦਾਰਥ ਜਿਹੜਾ ਉਹ ਮੰਨਿਆ ਜਾਂਦਾ। ਹੁਣ ਉਹ ਕਸਤੂਰੀ ਨੂੰ ਜਿਹੜਾ ਲੱਭਣ ਵਾਲਾ ਹੈ ਹਿਰਨ ਤੋਂ ਬਿਨਾਂ, ਉਹਨੇ ਕੀ ਕੀਤਾ, ਉਹਨੂੰ ਡਾਇਰੈਕਟ ਪਤਾ ਹੈ ਵੀ ਆ ਕਸਤੂਰੀ ਜਿਹੜੀ ਉਹ ਹਿਰਨ ਦੀ ਨਾਭੀ ਵਿੱਚ ਹੈ, ਉਹਨੇ ਉੱਥੋਂ ਕੱਢੀ ਤੇ ਉਹਨੇ ਉਹਦਾ
ਰਸ ਮਾਣਿਆ, ਉਹਨੇ ਸੁਗੰਧੀ ਮਾਣੀ, ਆਨੰਦ ਮਾਣਿਆ। ਜਿਹਦੇ ਕੋਲ ਸੀ ਉਹ ਸਾਰੀ ਉਮਰ ਸਾਰ ਨਾ ਜਾਣ ਸਕਿਆ। ਜਿਹਦੇ ਕੋਲ ਸੀ ਉਹ ਸਾਰੀ ਉਮਰ ਉਹਦੇ ਬਾਰੇ ਸਮਝ ਹੀ ਨਹੀਂ ਸਕਿਆ ਵੀ ਹੈ ਕੀ। ਤੇ ਜਿਹਦੇ ਕੋਲ ਨਹੀਂ ਸੀ ਉਹਨੂੰ ਪਤਾ ਸੀ ਵੀ ਹੈ ਕਿੱਥੇ, ਉਹਨੇ ਡਾਇਰੈਕਟਲੀ ਜਾ ਕੇ ਉੱਥੋਂ ਸੁਗੰਧੀ ਦਾ ਆਨੰਦ ਮਾਣਿਆ। ਤੇ ਭਗਤ ਕਬੀਰ ਸਾਹਿਬ ਅੱਜ ਕਹਿ ਰਹੇ, ਕਹਿੰਦੇ ਕਬੀਰ ਕਸਤੂਰੀ ਪਾਇਆ। ਉਹ ਅਕਾਲ ਪੁਰਖ ਜਿਹੜਾ ਨਾ ਇੱਕ ਕਸਤੂਰੀ ਰੂਪ ਹੈ। ਭਵਰ ਪਏ ਸਭ ਦਾਸ, ਜਿਹੜੇ ਉਹਦੇ ਸੇਵਕ ਨੇ, ਜਿਹੜੇ ਉਹਦੇ ਦਾਸ ਨੇ, ਉਹ ਕੀ ਬਣ ਜਾਂਦੇ? ਭੌਰੇ ਬਣ ਜਾਂਦੇ ਨੇ, ਸੁਗੰਧੀ ਮਾਨਣ ਵਾਲੇ ਬਣ ਜਾਂਦੇ। ਤੇ ਉਹ ਸੁਗੰਧੀ ਮਾਨਣ ਵਾਲੇ, ਜਿਨ੍ਹਾਂ ਨੇ ਸੁਗੰਧੀ ਮੰਨਣੀ ਹੈ, ਉਹ ਫਿਰ ਇਹ ਕੋਸ਼ਿਸ਼ ਨਹੀਂ ਕਰਦੇ ਵੀ ਅਸੀਂ ਜਾ ਕੇ ਲੱਭੀਏ। ਤੇ ਪਹਿਲੋਂ ਵੀ ਆਪ ਸੰਗਤ ਦੇ ਚਰਨਾਂ ਵਿੱਚ ਕਈ ਵਾਰ ਬੇਨਤੀ ਕੀਤੀ ਹੈ ਵੀ ਅਕਾਲ ਪੁਰਖ ਜਿਹੜਾ ਹੈ ਨਾ, ਇਹ ਲੱਭਣ ਦਾ ਵਿਸ਼ਾ ਨਹੀਂ ਹੈ। ਪਰਮਾਤਮਾ ਜਿਹੜਾ, ਇਹ ਲੱਭਣ ਦਾ ਵਿਸ਼ਾ ਨਹੀਂ ਹੈ, ਉਹ ਸਿਰਫ ਮਹਿਸੂਸ ਕਰਨ ਦਾ ਵਿਸ਼ਾ ਹੈ। ਉਹ ਤੇ ਥੋੜੀ ਮੱਤ ਕਰਕੇ ਕਹਿ ਲਓ, ਜਾਂ ਮੰਦ ਬੁੱਧੀ ਕਰਕੇ ਕਹਿ ਲਓ, ਜਾਂ ਆਪਣੀ ਗਾਫਲਤਾ ਕਰਕੇ ਆਖ ਲਓ, ਆਪਣੇ ਆਲਸਪੁਣੇ ਕਰਕੇ ਕਹਿ ਲਓ ਵੀ ਅਸੀਂ ਨਾ ਉਹਨੂੰ ਲੱਭਣ ਤੁਰ ਪਏ। ਉਹ ਗਵਾਚਿਆ ਥੋੜੀ ਹੈ। ਲੱਭਿਆ ਤੇ ਉਹੀ ਜਾਂਦਾ ਹੈ ਨਾ ਜਿਹੜਾ ਗਵਾਚਿਆ ਹੋਵੇ, ਜਿਹੜਾ ਗੁੰਮਿਆ ਹੋਵੇ। ਗੁੰਮਸ਼ੁਦਾ ਦੀ ਤਲਾਸ਼ ਕੀਤੀ ਜਾਂਦੀ, ਤੇ ਜਿਹੜਾ ਭੁੱਲਿਆ ਹੋਵੇ ਉਹਨੂੰ ਚੇਤੇ ਕੀਤਾ ਜਾਂਦਾ, ਉਹਨੂੰ ਲੱਭਿਆ ਨਹੀਂ ਜਾਂਦਾ। ਤੇ ਆਪਾਂ ਅਕਾਲ ਪੁਰਖ ਨੂੰ ਭੁੱਲੇ ਹੋਏ ਆ। ਆਪਾਂ ਉਹਦੇ ਕੋਲੋਂ ਆਪ ਆਪਣੇ ਚਿੱਤ ਚੋਂ ਅਸੀਂ ਉਹਨੂੰ ਵਿਸਾਰ ਦਿੱਤਾ ਹੈ। ਉਹ ਗਵਾਚਿਆ ਨਹੀਂ ਹੈ। ਲੱਭੇਗਾ ਹਮੇਸ਼ਾ ਉਹੀ ਪਦਾਰਥ ਲੱਭੇਗਾ, ਉਹੀ ਵਸਤੂ ਲੱਭੇਗੀ ਜਿਹੜੀ ਗਵਾਚੀ ਹੋਏਗੀ। ਤੇ ਜਿਸ ਪਦਾਰਥ ਨੂੰ ਅਸੀਂ ਰੱਖ ਕੇ ਭੁੱਲ ਜਾਈਏ, ਉਹ ਲੱਭਣੀ ਨਹੀਂ ਪੈਂਦਾ, ਉਹ ਖੋਜਣਾ ਨਹੀਂ ਪੈਂਦਾ, ਉਹਨੂੰ ਚੇਤੇ ਕਰਨਾ ਪੈਂਦਾ ਵੀ ਅਸੀਂ ਰੱਖਿਆ ਕਿੱਥੇ ਹੈ। ਘਰ ਦੇ ਵਿੱਚ ਵੀ ਕੋਈ ਵਸਤੂ ਹੋਵੇ, ਗਵਾਚ ਜਾਏ ਤੇ ਅਸੀਂ ਲੱਭਣ ਲੱਗ ਜਾਂਦੇ ਹਾਂ ਵੀ ਗਵਾਚ ਗਈ ਹੈ। ਪਰ ਜੇ ਅਸੀਂ ਰੱਖ ਕੇ ਭੁੱਲੇ ਹੋਈਏ ਤੇ ਕਈ ਵਾਰੀ ਨਾ ਅਸੀਂ ਪਹਿਲੋਂ ਕਿੰਨਾ ਚਿਰ ਤੇ ਲੱਭਦੇ ਰਹੀਦਾ, ਨਹੀਂ ਲੱਭਦੀ, ਫਿਰ ਨਾ ਬੜੇ ਟਿਕਾ ਜਿਹਦੇ ਵਿੱਚ ਬੈਠ ਕੇ ਚੇਤੇ ਕਰੀਦਾ ਵੀ ਮੈਂ ਰੱਖਿਆ ਕਿੱਥੇ ਸੀ ਉਹ ਪਦਾਰਥ। ਫਿਰ ਕਿਤੇ ਜਾ ਕੇ ਉੱਥੇ ਖੋਜੀਦਾ ਤੇ ਫਿਰ ਲੱਭ ਵੀ ਜਾਂਦਾ, ਹਾਸਲ ਵੀ ਹੋ ਜਾਂਦਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਬੀਰ ਕਸਤੂਰੀ ਭਇਆ, ਅਕਾਲ ਪੁਰਖ ਹੈ ਕਸਤੂਰੀ ਦੀ ਨਿਆਈ। ਭਵਰ ਭਏ ਸਭ ਦਾਸ, ਤੇ ਜਿਹੜੇ ਉਹਦੇ ਸੇਵਕ ਨੇ ਉਹ ਕੀ ਨੇ? ਉਹ ਨੇ ਭੌਰੇ ਵਾਂਗੂ, ਉਹਨਾਂ ਨੇ ਸੁਗੰਧੀ ਮੰਨਣੀ ਹੈ। ਹੁਣ ਇੱਥੇ ਇਨਸਾਨਾਂ ਦੀ ਗੱਲ ਹੈ, ਬਹੁਤਿਆਂ ਦੀ ਗਿਣਤੀ। ਖਿਆਲ ਕਰਿਓ ਇੱਥੇ ਸਭ ਦਾਸ, ਦਾਸ ਦਾ ਮਤਲਬ ਸੇਵਕ, ਜਿਹੜਾ ਉਹਦੇ ਨਾਲ ਪ੍ਰੀਤ ਕਰਨ ਵਾਲਾ, ਉਹਦੇ ਨਾਲ ਪਿਆਰ ਕਰਨ ਵਾਲਾ। ਜਿਹੜਾ ਉਹਦੇ ਨਾਲ ਪਿਆਰ ਕਰਨ ਵਾਲਾ ਉਹਦਾ ਸੇਵਕ ਹੈ, ਉਹਦੇ ਨਾਲ ਪ੍ਰੀਤ ਕਰਨ ਵਾਲਾ ਉਹਦਾ ਸੇਵਕ ਹੈ, ਉਹ ਤੇ ਭੌਰਾ ਬਣ ਗਿਆ। ਉਹਨੂੰ ਤੇ ਪਤਾ ਲੱਗ ਗਿਆ ਵੀ ਮੈਂ ਸੁਗੰਧੀ ਮੰਨਣੀ ਹੈ। ਤੇ ਸਭ ਤੋਂ ਵੱਡੀ ਗੱਲ ਤੇ ਇਹ ਹੈ, ਸੁਗੰਧੀ ਤੇ ਅੱਜ ਤੱਕ ਲੱਭੀ ਕਿਸੇ ਨੂੰ ਨਹੀਂ ਹੈ। ਕਦੇ ਸੁਗੰਧੀ ਵੇਖੀ ਕਿਸੇ ਨੇ ਆਪਣੀਆਂ ਅੱਖਾਂ ਨਾਲ? ਖੁਸ਼ਬੂ ਵੇਖੀ ਹੋਵੇ? ਉਹ ਜਿਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਉਹ ਪਦਾਰਥ ਵੇਖਿਆ ਜਾ ਸਕਦਾ ਹੈ। ਜਿਹਦੇ ਵਿੱਚੋਂ ਸੁਗੰਧੀ ਆ ਰਹੀ ਹੈ ਉਸ ਪਦਾਰਥ ਨੂੰ ਹਾਸਲ ਕੀਤਾ ਜਾ ਸਕਦਾ ਹੈ। ਪਰ ਪਦਾਰਥ ਹਾਸਲ ਕਰਨ ਤੋਂ ਬਾਅਦ ਵਿੱਚ ਵੀ ਅਸੀਂ ਸੁਗੰਧੀ ਵੇਖ ਨਹੀਂ ਸਕਦੇ ਵੀ ਕਿਦਾਂ ਦੀ ਹੈ। ਹੁਣ ਫੁੱਲ ਹੈ, ਫੁੱਲਾਂ ਚੋਂ ਸੁਗੰਧੀ ਆ ਰਹੀ, ਅਸੀਂ ਚੁੱਕ ਕੇ ਫੁੱਲ ਖਰੀਦ ਲਿਆਵਾਂਗੇ। ਖਰੀਦ ਲਿਆਂਦੇ, ਘਰ ਦੇ ਵਿੱਚ ਲਿਆ ਕੇ ਗਮਲਿਆਂ ਦੇ ਵਿੱਚ ਬੂਟੇ ਲਾ ਵੀ ਦਿੱਤੇ, ਫੁੱਲ ਲਾ ਵੀ ਦਿੱਤੇ। ਹੁਣ ਮੈਂ ਘਰ ਦੇ ਵਿੱਚ ਲਿਆਂਦੇ ਫੁੱਲ ਤੇ ਮੈਂ ਉਹਨਾਂ ਨੂੰ ਕਹਾਂ, ਉਹ ਵੇਖੋ ਮੈਂ ਤੁਹਾਡਾ ਮੁੱਲ ਪਾ ਕੇ ਆਇਆ, ਮੈਂ 100 ਰੁਪਈਆ 200 ਰੁਪਈਆ ਦੇ ਕੇ ਤੁਹਾਨੂੰ ਖਰੀਦ ਕੇ ਲਿਆਇਆ, ਹੁਣ ਮੈਨੂੰ ਸੁਗੰਧੀ ਵਿਖਾਓ ਕਿਦਾਂ ਦੀ ਹੁੰਦੀ। ਤੇ ਫੁੱਲ ਵਿਖਾ ਦੇਣਗੇ ਸੁਗੰਧੀ ਕਿਦਾਂ ਦੀ ਹੈ। ਉਹਨਾਂ ਨੇ ਸ਼ਾਇਦ ਹੋ ਸਕਦਾ ਅੱਗੋਂ ਜਵਾਬ ਇਹ ਵੀ ਦੇ ਦੇਣ, ਉਹ ਸੱਜਣਾ ਤੂੰ 200 ਰੁਪਈਆ ਲਾ ਕੇ ਕਹਿਣ ਦੀ ਗੱਲ ਕਰਦਾ, ਤੂੰ 1000 ਵੀ ਲਾ ਆਉਂਦਾ ਨਾ, ਅਸੀਂ ਤੈਨੂੰ ਸੁਗੰਧੀ ਦੇ ਸਕਦੇ ਆ ਪਰ ਤੈਨੂੰ ਵਿਖਾ ਨਹੀਂ ਸਕਦੇ ਕਿਦਾਂ ਦੀ ਹੈ। ਅਸੀਂ ਤੈਨੂੰ ਸੁਗੰਧੀ ਦੇ ਸਕਦੇ ਆ ਪਰ ਵਿਖਾ ਨਹੀਂ ਸਕਦੇ ਸੁਗੰਧੀ ਕਿਦਾਂ ਦੀ ਹੈ। ਤੂੰ 1000 ਛੱਡ ਕੇ ਭਾਵੇਂ 2000 ਵੀ ਲਾਇਆ ਹੀ, ਸੁਗੰਧੀ ਅਸੀਂ ਫਿਰ ਵੀ ਨਹੀਂ ਵਿਖਾ ਸਕਦੇ। ਪਦਾਰਥ ਨੂੰ ਅਸੀਂ ਹਾਸਲ ਕਰ ਸਕਦੇ ਹਾਂ, ਸੁਗੰਧੀ ਨੂੰ ਕਦੇ ਵੇਖਿਆ ਨਹੀਂ ਜਾ ਸਕਦਾ। ਸੁਗੰਧੀ ਕੇਵਲ ਮਾਣੀ ਜਾਂਦੀ ਹੈ। ਤੇ ਇੱਥੇ ਜ਼ਿਕਰ ਕੀਤਾ ਕਿਉਂਕਿ ਭੌਰਾ ਸੁਗੰਧੀ ਵੇਖਦਾ ਨਹੀਂ ਹੈ, ਭੌਰਾ ਸੁਗੰਧੀ ਮਾਣਦਾ। ਜਿੱਥੋਂ ਉਹਨੂੰ ਸੁਗੰਧੀ ਆਉਂਦੀ ਹੈ ਉਸ ਪਾਸੇ ਉੱਡ ਕੇ ਚਲੇ ਜਾਂਦਾ ਹੈ।
ਭੌਰਾ ਕਦੇ ਸੁਗੰਧੀ ਵੇਖਦਾ ਨਹੀਂ, ਉਹ ਫੁੱਲ ਤੇ ਬਹਿ ਕੇ ਸੁਗੰਧੀ ਨੂੰ ਮਾਣਦਾ ਹੈ। ਉਹ ਫੁੱਲ ਤੇ ਬਹਿ ਕੇ ਇਹ ਥੋੜੀ ਵੇਖਦਾ ਸੁਗੰਧੀ ਕਿਹੜੇ ਰੰਗ ਦੀ ਹੈ, ਜਾਂ ਫੁੱਲ ਦੇ ਉੱਤੇ ਬੈਠ ਕੇ ਕਦੇ ਉਹਨੇ ਇਹ ਕੋਸ਼ਿਸ਼ ਨਹੀਂ ਕੀਤੀ ਅੱਜ ਮੈਂ ਸੁਗੰਧੀ ਦਾ ਰੰਗ ਤੇ ਪਤਾ ਕਰਕੇ ਹੀ ਉੱਡਣਾ, ਜੇ ਸੁਗੰਧੀ ਪਤਾ ਲੱਗ ਗਈ ਕਿੱਦਾਂ ਦੀ ਹੈ ਫਿਰ ਤੇ ਜਾਵਾਂਗਾ ਉੱਡ, ਤੇ ਜੇ ਨਾ ਪਤਾ ਲੱਗੀ ਫਿਰ ਮੈਂ ਉੱਡਣਾ ਹੀ ਨਹੀਂ। ਉਹਨਾਂ ਚਿਰ ਨਹੀਂ ਉੱਡਦਾ ਜਿੰਨਾ ਚਿਰ ਸੁਗੰਧੀ ਦਾ ਪਤਾ ਨਾ ਲੱਗ ਜੇ। ਤੇ ਜਿਹੜਾ ਭੌਰਾ ਉਸ ਫੁੱਲ ਤੇ ਬੈਠਾ ਸੁਗੰਧੀ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਹੋਏਗਾ, ਹੋ ਸਕਦਾ ਉਹਦੇ ਸਾਥੀ ਵੀ ਕਹਿ ਦੇਣ ਵੀ ਮੂਰਖਾ, ਸੁਗੰਧੀ ਅੱਜ ਤੱਕ ਸਾਡੇ ਵੱਡੇ ਵਡੇਰਿਆਂ ਨੂੰ ਨਹੀਂ ਦਿਸੀ ਤੇ ਤੂੰ ਕਿੱਥੋਂ ਵੇਖ ਲੇਗਾ। ਭਲਾ ਤੇ ਇਸੇ 'ਚ ਹੀ ਹੈ ਵੀ ਤੂੰ ਇੱਥੇ ਬੈਠ ਤੇ ਬੈਠ ਕੇ ਸੁਗੰਧੀ ਦਾ ਆਨੰਦ ਮਾਣ, ਆਨੰਦ ਮਾਣ, ਆਨੰਦ ਲੈ ਕੇ ਤੇ ਇੱਕ ਫੁੱਲ ਤੋਂ ਉੱਠ, ਦੂਜੇ ਫੁੱਲ ਤੇ ਜਾ ਕੇ ਦੂਜੀ ਸੁਗੰਧੀ ਨੂੰ ਮਾਣ, ਤੀਜੇ ਫੁੱਲ ਤੇ ਜਾ ਕੇ ਤੀਸਰੀ ਕਿਸਮ ਦੀ ਸੁਗੰਧੀ ਨੂੰ ਮਾਣ। ਵੀ ਤੂੰ ਇੱਕ ਥਾਂ ਤੇ ਬੈਠਾ ਨਾ ਰਹਿ, ਸਗੋਂ ਉੱਡ ਕੇ ਵੱਖ-ਵੱਖ ਸੁਗੰਧੀਆਂ ਨੂੰ ਮਾਣਨ ਦੀ ਕੋਸ਼ਿਸ਼ ਕਰ, ਯਤਨ ਕਰ। ਸੁਗੰਧੀ ਨੂੰ ਅੱਜ ਤੱਕ ਵੇਖ ਕੋਈ ਨਹੀਂ ਸਕਿਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਕਬੀਰ ਹੈ ਭਾਵ ਪਰਮਾਤਮਾ ਜਿਹੜੇ ਨੇ ਉਹ ਕੀ ਨੇ, ਕਸਤੂਰੀ ਵਰਗੇ ਨੇ। ਉਹਨਾਂ ਦੇ ਜਿਹੜੇ ਸੇਵਕ ਨੇ ਉਹ ਬਣ ਗਏ ਭਵਰ। ਹੁਣ ਸਾਰੇ ਸੇਵਕ ਤੇ ਉਹਦੇ ਹੈ ਕੋਈ ਨਹੀਂ, ਕੀ ਸਾਰੇ ਰੱਬ ਦੇ ਸੇਵਕ ਨੇ? ਨਹੀਂ। ਫਿਰ ਜਿਹੜੇ ਸੇਵਕ ਨਹੀਂ ਨਾ, ਉਹ ਸੁਗੰਧੀ ਨੂੰ ਮਾਨਣ ਦੀ ਬਜਾਏ ਨਾ ਲੱਭਣ ਤੁਰ ਪਏ। ਰੱਬ ਨੂੰ ਮਾਨਣ ਦੀ ਬਜਾਏ, ਮਹਿਸੂਸ ਕਰਨ ਦੀ ਬਜਾਏ ਰੱਬ ਨੂੰ ਲੱਭਣ ਤੁਰ ਪਏ। ਤੇ ਜਿਹੜੇ ਰੱਬ ਨੂੰ ਲੱਭਣ ਤੁਰੇ ਨਾ, ਉਹਨਾਂ ਨੂੰ ਭਗਤ ਫਰੀਦ ਸਾਹਿਬ ਨੇ ਸਮਝਾਇਆ। ਕਹਿੰਦੇ ਫਰੀਦਾ, ਜੰਗਲ ਜੰਗਲ ਕਿਆ ਪਵੇਂ, ਵਣ ਕੰਡਾ ਮੋੜੇ, ਵਸੀ ਰੱਬ ਖਿਆਲੀ ਹੈ, ਜੰਗਲ ਕਿਆ ਢੂੰਡੇ। ਤੂੰ ਲੱਭਣ ਕਿੱਥੇ ਚੱਲੇ ਆ ਤੇ ਕਿਹਨੂੰ ਲੱਭਣ ਚੱਲੇ ਆ? ਸੱਜਣਾ ਲੱਭ ਕੇ ਤੇ ਤਾਂ ਆਏਗਾ ਜੇ ਗਵਾਚਿਆ ਹੋਵੇ ਬੈਠਾ ਤੇ ਤੇਰੇ ਅੰਦਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਫਿਰ ਕਦੇ ਸੋਚ ਕਿੱਦਾਂ ਜੀ, ਪੋਹਬ ਮੱਧ ਜਿਉ ਬਾਸ ਵਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ। ਆਪਣਾ ਘਰ ਫਰੋਲ, ਆਪਣੇ ਘਰੋਂ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ, ਉਹਨੂੰ ਲੱਭਣ। ਪਰਮਾਤਮਾ ਨੂੰ ਲੱਭਣ ਵੱਲ ਜਿਹੜਾ ਤੁਰਿਆ ਨਾ, ਖਿਮਾ ਕਰਿਓ ਮੈਂ ਲਫ਼ਜ਼ ਵਰਤਣ ਲੱਗਿਆ, ਸਭ ਤੋਂ ਵੱਡੀ ਮੂਰਖਤਾਈ ਦੀ ਨਿਸ਼ਾਨੀ ਹੈ ਜਿਹੜਾ ਰੱਬ ਨੂੰ ਲੱਭਣ ਚੱਲਿਆ। ਸਭ ਤੋਂ ਵੱਡੀ ਮੂਰਖਤਾਈ ਦੀ ਨਿਸ਼ਾਨੀ ਹੈ, ਕਿਉਂਕਿ ਰੱਬ ਲੱਭਿਆ ਅੱਜ ਤੱਕ ਕਿਸੇ ਨੂੰ ਨਹੀਂ ਲੱਭਿਆ। ਬੜਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਵੀ ਲੱਭਣ ਵਾਲੇ ਬਹੁਤ ਸਨ। ਬਾਬੇ ਨਾਨਕ ਨੇ ਜੰਗਲਾਂ 'ਚ ਜਾ ਜਾ ਕੇ ਉਹਨਾਂ ਨੂੰ ਸਮਝਾਇਆ ਨਾ ਵੀ ਤੁਸੀਂ ਕਿੱਥੇ ਮੂਰਖ ਬਣ ਕੇ ਤੇ ਆ ਜੰਗਲਾਂ 'ਚ ਤੁਰੇ ਫਿਰਦੇ ਜੇ। ਅਗਲਿਆਂ ਨੇ ਇਹ ਜਵਾਬ ਦਿੱਤਾ ਵੀ ਅਸੀਂ ਤੇ ਰੱਬ ਲੱਭਦੇ ਫਿਰਦੇ ਆ। ਸੁਮੇਰ ਪਰਬਤ ਤੇ ਬੈਠੇ ਵੱਡੇ ਵੱਡੇ ਸਿੱਧ, ਵੱਡੇ ਵੱਡੇ ਜੋਗੀਆਂ ਦਾ ਜਵਾਬ ਇਹੀ ਸੀ, ਅਸੀਂ ਤੇ ਰੱਬ ਲੱਭਦੇ ਫਿਰਦੇ ਆ। ਤੇ ਗੁਰੂ ਨਾਨਕ ਸਾਹਿਬ ਨੇ ਵੇਖੋ, ਜਿਹੜਾ ਜ਼ਿਕਰ ਮੈਂ ਤੁਹਾਡੇ ਸਨਮੁਖ ਕਰ ਰਿਹਾ, ਥੋੜਾ ਜਿਹਾ ਨੂੰ ਤਵੱਜੋ ਨਾਲ ਸਮਝਿਆ ਜੇ। ਰੱਬ ਨੂੰ ਲੱਭਣ ਤੁਰਨਾ ਇਹ ਮੂਰਖਤਾਈ ਹੈ। ਰੱਬ ਦੇ ਪ੍ਰਤੀ ਵਿਚਾਰ ਜਿਹੜਾ ਉਹ ਮਾੜਾ ਨਹੀਂ ਹੈ, ਕਿਉਂਕਿ ਜਿਹੜਾ ਲੱਭਣ ਚੱਲਿਆ ਉਹਦੇ ਮਨ 'ਚ ਕਿਤੇ ਨਾ ਇੱਕ ਧਰਮ ਦਾ ਬੀਜ ਮੌਜੂਦ ਹੈ। ਧਰਮ ਦੇ ਮਾਰਗ ਤੇ ਤੁਰਨ ਦੀ ਇੱਕ ਇੱਛਾ ਮੌਜੂਦ ਹੈ, ਰੱਬ ਨੂੰ ਮਿਲਣ ਦੀ ਇੱਕ ਇੱਛਾ ਮੌਜੂਦ ਹੈ। ਸੌਖੇ ਜਿਹੇ ਲਫ਼ਜ਼, ਕਿਉਂਕਿ ਜਿਹੜਾ ਰੱਬ ਨੂੰ ਲੱਭਣ ਚੱਲਿਆ ਉਹਦੇ ਮਨ 'ਚ ਇੱਛਾ ਹੈ ਵੀ ਮੈਂ ਰੱਬ ਨੂੰ ਮਿਲਾਂ। ਬਸ ਉਹਦੀ ਜਿਹੜੀ ਮੂਰਖਤਾਈ ਆ ਉਹ ਇਹ ਹੈ ਵੀ ਉਹ ਲੱਭਣ ਚੱਲਿਆ। ਲੱਭਣ ਜਾਣਾ ਮੂਰਖਤਾਈ ਹੈ, ਪਰ ਉਹਦੇ ਨਾਲ ਨਾਲ ਜਿਹੜਾ ਉਹਦੇ ਮਨ ਵਿੱਚ ਰੱਬ ਨੂੰ ਮਿਲਣ ਦੀ ਭਾਵਨਾ ਜਾਂ ਰੱਬ ਨੂੰ ਮਿਲਣ ਦੀ ਇੱਛਾ ਉਹ ਚੰਗੀ ਹੈ। ਬਸ ਇੰਨਾ ਕਹਿ ਸਕਦੇ ਆ ਵੀ ਉਹ ਤੁਰਿਆ ਤੇ ਹੈ, ਉਹ ਚੱਲਣਾ ਵੀ ਚਾਹੁੰਦਾ, ਮੰਜ਼ਿਲ ਤੱਕ ਪਹੁੰਚਣਾ ਵੀ ਚਾਹੁੰਦਾ, ਪਰ ਉਹਦੇ ਕੋਲ ਰਸਤਾ ਠੀਕ ਨਹੀਂ ਹੈ, ਉਹਦੇ ਕੋਲ ਮਾਰਗ ਸਹੀ ਨਹੀਂ ਹੈ। ਇਸ ਕਰਕੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾਉਂਦਾ। ਹੁਣ ਮੰਜ਼ਿਲ ਤੇ ਪਹੁੰਚਣ ਲਈ ਕੀ ਚਾਹੀਦਾ? ਰਸਤਾ ਠੀਕ ਚਾਹੀਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪਾਵਨ ਬਚਨ ਆਪਾਂ ਵਿਚਾਰ ਰਹੇ ਸੀ ਵੀ ਮਾਲਕ ਨੇ ਨਾ ਰਸਤੇ ਨੂੰ ਦਰਸਾਇਆ ਵੀ ਆਹ ਮਾਰਗ ਹੈ ਸੱਜਣਾ, ਉਹਨੂੰ ਤੂੰ ਲੱਭ ਨਾ, ਉਹਨੂੰ ਅੰਦਰੋਂ ਹਾਸਲ ਕਰਨ ਦੀ ਕੋਸ਼ਿਸ਼ ਕਰ, ਉਹਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ, ਕਿਉਂਕਿ ਪੋਹਪ ਮੱਧ ਜਿਉ ਬਾਸ ਬਸਤ ਹੈ,
ਪੋਹਪ ਦਾ ਮਤਲਬ ਹੁੰਦਾ ਫੁੱਲ। ਅਸਲ ਲਫ਼ਜ਼ ਹੈ ਪੁਸ਼ਪ, ਪੁਸ਼ਪ ਤੋਂ ਬਣਿਆ ਪੋਹਪ। ਪੋਹਪ ਮੱਧ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ। ਹੁਣ ਦੋ ਚੀਜ਼ਾਂ ਨੇ, ਇੱਕ ਸ਼ੀਸ਼ਾ ਹੈ, ਉਹਨੂੰ ਚਾਹੇ ਅਸੀਂ ਖਰੀਦ ਕੇ ਲਿਆਂਦਾ, ਚਾਹੇ ਕਿਤੇ ਲੱਗਿਆ ਵੇਖਿਆ, ਜਾਂ ਘਰ ਦੇ ਅੰਦਰ ਸਾਡੇ ਲੱਗਾ ਹੋਇਆ, ਜਿਹੜਾ ਮਰਜ਼ੀ ਬੰਦਾ ਉਹਦੇ ਅੱਗੇ ਜਾ ਕੇ ਖੜ ਜਾਏ। ਬੰਦਾ ਛੱਡੋ, ਜਾਨਵਰ ਵੀ ਜਾ ਕੇ ਖੜ ਜਾਏ, ਜਾਨਵਰ ਦੇ ਨਾਲ ਭਾਵੇਂ ਕੋਈ ਪੰਛੀ ਵੀ ਖੜੋ ਜਾਏ। ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਦਈਏ ਵੀ ਕੁਦਰਤ ਦੀ ਕੋਈ ਵਸਤੂ ਉਹਦੇ ਮੂਹਰੇ ਲਿਜਾ ਕੇ ਰੱਖ ਦਿਓ, ਕੀ ਉਹਦੀ ਸ਼ਕਲ ਨਹੀਂ ਦਿਸੇਗੀ? ਕੁਦਰਤ ਦੀ ਕੋਈ ਵੀ ਵਸਤੂ ਆਪਾਂ ਲਿਜਾ ਕੇ ਸ਼ੀਸ਼ੇ ਅੱਗੇ ਰੱਖ ਦਈਏ, ਮਿਰਰ ਅੱਗੇ ਰੱਖ ਦਈਏ, ਗਲਾਸ ਅੱਗੇ ਰੱਖ ਦਈਏ, ਤੇ ਕੀ ਹੋਏਗਾ? ਉਹਦੇ ਵਿੱਚੋਂ ਉਹ ਨਜ਼ਰ ਆਏਗਾ। ਜੇ ਰੁੱਖ ਰੱਖਿਆ, ਰੁੱਖ ਦਾ ਪਰਛਾਵਾਂ ਦਿਸੇਗਾ, ਰੁੱਖ ਦੀ ਤਸਵੀਰ ਦਿਸੇਗੀ। ਜੇ ਪੰਛੀ ਨੂੰ ਰੱਖਿਆ, ਪੰਛੀ ਦੀ ਤਸਵੀਰ ਦਿਸੇਗੀ। ਜੇ ਕੋਈ ਜਾਨਵਰ ਨੂੰ ਖੜਿਆਂ ਕਰਤਾ, ਜਾਨਵਰ ਦੀ ਤਸਵੀਰ ਦਿਸੇਗੀ। ਜੇ ਕੋਈ ਹੋਰ ਪਦਾਰਥ ਵੀ ਰੱਖ ਦਈਏ, ਉਹ ਵੀ ਨਜ਼ਰ ਆਏਗਾ। ਤੇ ਜੇ ਕੋਈ ਇਨਸਾਨ ਜਾ ਕੇ ਖੜੋ ਜਾਏ, ਉਹ ਵੀ ਨਜ਼ਰ ਆਏਗਾ। ਸੁਭਾਵਿਕ ਜਿਹੀ ਗੱਲ ਹੈ ਵੀ ਸ਼ੀਸ਼ੇ ਅੱਗੇ ਜਿਹੜਾ ਮਰਜ਼ੀ ਪਦਾਰਥ ਰੱਖ ਦਈਏ, ਉਹਦੇ ਵਿੱਚੋਂ ਦਿਸੇਗਾ। ਉਹਨੂੰ ਪਾਸੇ ਕਰ ਦਈਏ, ਉਸੇ ਪਦਾਰਥ ਨੂੰ ਜਿਹਦਾ ਪਹਿਲਾਂ ਅਸੀਂ ਸ਼ੀਸ਼ੇ 'ਚ ਵੇਖ ਰਹੇ ਸਾਂ, ਤੇ ਉਹ ਪਾਸੇ ਹੋ ਕੇ ਕਹੇ ਲੈ ਮੇਰੀ ਤੇ ਤਸਵੀਰ ਨਹੀਂ ਆਉਂਦੀ ਸ਼ੀਸ਼ੇ 'ਚ। ਹੁਣ ਅਸੀਂ ਸ਼ੀਸ਼ੇ ਨੂੰ ਮਾੜਾ ਥੋੜੀ ਕਹਿ ਸਕਦੇ ਹਾਂ। ਗਲਤੀ ਕਿਹਦੀ ਹੈ? ਜਿਹੜਾ ਪਾਸੇ ਹੋ ਕੇ ਕਹਿ ਰਿਹਾ। ਹੁਣ ਜੇ ਅਸੀਂ ਉਹਨੂੰ ਇਹ ਕਹਿਣਾ ਹੋਵੇ ਵੀ ਸੱਜਣਾ ਤੇਰੀ ਤਸਵੀਰ ਸ਼ੀਸ਼ੇ ਵਿੱਚ ਹੈ, ਬਸ ਤੂੰ ਸ਼ੀਸ਼ੇ ਦੇ ਅੱਗੇ ਆ ਕੇ ਖੜੋ ਜਾ, ਸਾਹਮਣੇ ਖੜ ਜਾ, ਆ ਕੇ ਤੂੰ ਦਿਸੇਗਾ ਉਹਦੇ ਵਿੱਚੋਂ, ਤੈਨੂੰ ਨਜ਼ਰ ਆਏਗੀ ਤੇਰੀ ਤਸਵੀਰ ਸ਼ੀਸ਼ੇ 'ਚੋਂ। ਸ਼ੀਸ਼ੇ ਦੇ ਅੰਦਰ ਹਰ ਇਨਸਾਨ ਦੀ ਤਸਵੀਰ ਮੌਜੂਦ ਹੈ, ਹਰ ਸ਼ਖਸ ਦੀ ਤਸਵੀਰ ਮੌਜੂਦ ਹੈ, ਹਰ ਵਸਤੂ ਦੀ ਤਸਵੀਰ ਮੌਜੂਦ ਹੈ, ਪਰ ਦਿਸਦੀ ਕਿਹਨੂੰ ਹੈ? ਜਿਹੜਾ ਉਹਦੇ ਸਾਹਮਣੇ ਆ ਕੇ ਵੇਖਦਾ ਹੈ, ਦੂਜੇ ਨੂੰ ਨਹੀਂ ਦਿਸਦੀ। ਏਦਾਂ ਹੀ ਪੁਸ਼ਪ, ਪੋਹਪ, ਫੁੱਲ ਹੋਵੇ ਤੇ ਫੁੱਲ ਦੇ ਉੱਤੇ ਬਹਿ ਕੇ ਜਿਹੜਾ ਸੁਗੰਧੀ ਮਾਣੇਗਾ, ਉਹਨੂੰ ਤੇ ਸੁਗੰਧੀ ਆਏਗੀ, ਚਾਹੇ ਭੌਰਾ ਆ ਕੇ ਬਹਿ ਜਾਏ, ਚਾਹੇ ਕੋਈ ਮੱਖੀ ਆ ਕੇ ਬਹਿ ਜਾਏ, ਇੱਥੋਂ ਤੱਕ ਇਨਸਾਨ ਹੀ ਜਾ ਕੇ ਕਿਉਂ ਨਾ ਸੁੰਘ ਲਏ, ਉਹਨੂੰ ਵੀ ਸੁਗੰਧੀ ਆਏਗੀ। ਹੁਣ ਸੁਗੰਧੀ ਨੂੰ ਸੁੰਘਣ ਦੀ ਬਜਾਏ ਬੰਦਾ ਦੂਰ ਖੜੋਤਾ ਹੋਇਆ ਕਵੇ ਲੈ ਆਹ ਫੁੱਲ 'ਚ ਤਾਂ ਖੁਸ਼ਬੂ ਹੀ ਨਹੀਂ ਆਉਂਦੀ, ਤੇ ਕੀ ਅਸੀਂ ਮੰਨ ਲਾਂਗੇ ਵੀ ਖੁਸ਼ਬੂਦਾਰ ਨਹੀਂ ਹੈ? ਜੇ ਕੋਈ ਕਵੇਗਾ ਵੀ ਨਾ ਫੁੱਲ 'ਚੋਂ ਖੁਸ਼ਬੂ ਨਹੀਂ ਆਉਂਦੀ, ਤੇ ਅਸੀਂ ਨਾ ਫਟਾਫਟ ਤੁਰੇ ਜਾਵਾਂਗੇ ਤੇ ਪਹਿਲੋਂ ਜਾ ਕੇ ਸੁੰਘਾਂਗੇ ਵੀ ਆਉਂਦੀ ਵੀ ਹੈ ਕਿ ਨਹੀਂ ਆਉਂਦੀ। ਖੁਸ਼ਬੂ ਵੀ ਉਦੋਂ ਹੀ ਮਹਿਸੂਸ ਕਰਦੇ ਆ ਜਦੋਂ ਸੁੰਘਦੇ ਆ, ਉਦੋਂ ਬਿਨਾਂ ਉਹ ਵੀ ਮਹਿਸੂਸ ਨਹੀਂ ਹੁੰਦੀ। ਤੇ ਜੇ ਆਹ ਚੀਜ਼ਾਂ ਜਿਹੜੀਆਂ ਕੁਦਰਤ ਦੀਆਂ ਬਣੀਆਂ ਨੇ, ਜਿੰਨਾ ਚਿਰ ਅਸੀਂ ਇਹਨਾਂ ਨੂੰ ਆਪ ਖੁਦ ਨਹੀਂ ਮਾਣਦੇ, ਉਹਨਾਂ ਚਿਰ ਸਾਨੂੰ ਮਹਿਸੂਸ ਵੀ ਨਹੀਂ ਹੁੰਦੀਆਂ। ਤੇ ਭਲੇ ਉਹ ਰੱਬ ਜਿਹੜਾ ਹੈ, ਉਹ ਕੋਈ ਖੇਡ ਥੋੜੀ ਹੈ, ਅਕਾਲ ਪੁਰਖ ਕੋਈ ਖੇਡ ਥੋੜੀ ਹੈ ਵੀ ਜਿਹਨੂੰ ਅਸੀਂ ਚਾਹਾਂਗੇ ਤੇ ਖੇਡ ਲਾਂਗੇ, ਨਹੀਂ ਚਾਹਾਂਗੇ ਤੇ ਛੱਡ ਦਾਂਗੇ। ਮੈਂ ਕਹਿ ਦਾਂਗਾ ਰੱਬ ਮੈਨੂੰ ਨਹੀਂ ਦੱਸਿਆ ਤੇ ਇਹਦਾ ਮਤਲਬ ਹੈ ਹੀ ਨਹੀਂ। ਉਹ ਤੇਰੇ ਕੋਲ ਵੇਖਣ ਦੀ ਸਮਰੱਥਾ ਨਹੀਂ ਹੈ, ਤੂੰ ਅਜੇ ਤੱਕ ਉਹਨੂੰ ਮਾਣਿਆ ਨਹੀਂ ਹੈ। ਉਹ ਤੇ ਹੈ ਸੱਜਣਾ, ਜਿਹੜੇ ਭੌਰੇ ਨੇ ਅੱਜ ਤੱਕ ਸੁਗੰਧੀ ਨਹੀਂ ਨਾ ਮਾਣੀ, ਉਹ ਭੌਰਾ ਇਹ ਨਹੀਂ ਕਹਿ ਸਕਦਾ ਸੁਗੰਧੀ ਹੈ ਹੀ ਨਹੀਂ ਹੈ, ਬਸ ਉਹਨੇ ਨਹੀਂ ਮਾਣੀ। ਉਹ ਜੇ ਉੱਡ ਕੇ ਮਾਣ ਲਏਗਾ ਤੇ ਉਹਨੂੰ ਵੀ ਪਤਾ ਲੱਗ ਜਾਏਗਾ ਉਹ ਸੁਗੰਧੀ ਹੈ। ਤੇ ਜਿਹੜਾ ਬੰਦਾ ਕਹਿ ਰਿਹਾ ਨਾ ਰੱਬ ਹੈ ਹੀ ਨਹੀਂ, ਤੇ ਉਹਦੇ ਹਾਲਾਤ ਉਸ ਭੌਰੇ ਵਰਗੇ ਨੇ ਜਿਹਨੇ ਅਜੇ ਤੱਕ ਸੁਗੰਧੀ ਮਾਣੀ ਨਹੀਂ ਹੈ। ਉਹਨੇ ਮਾਣੀ ਨਹੀਂ, ਉਹ ਕਹਿ ਰਿਹਾ ਹੈ ਨਹੀਂ, ਤੇ ਜਿਹਨੇ ਮਾਣ ਲਈ ਉਹ ਕਹਿੰਦਾ ਨਹੀਂ ਹੈ ਭਾਈ। ਤੇ ਜਿਹਨੇ ਮਹਿਸੂਸ ਕਰ ਲਿਆ ਉਹ ਕਹਿ ਦਿੰਦਾ ਭਾਈ ਪਰਮਾਤਮਾ ਹੈ, ਅਕਾਲ ਪੁਰਖ ਹੈ, ਪਰਮੇਸ਼ਵਰ ਹੈ, ਇੱਕ ਬੜੀ ਵੱਡੀ ਤਾਕਤ ਹੈ ਉਹ। ਤੇ ਜਿੰਨੇ ਮਾਣੀ ਹੈ ਉਸੇ ਨੂੰ ਪਤਾ ਲੱਗਾ ਵੀ ਉਹ ਕਿੱਡੀ ਵੱਡੀ ਤਾਕਤ ਤੇ ਕਿੱਡੀ ਵੱਡੀ ਸਮਰੱਥਾ ਦਾ ਮਾਲਕ ਹੈ। ਤੇ ਜਿੰਨੇ ਨਹੀਂ ਮਾਣੀ ਉਹ ਭਾਵੇਂ ਵੱਖਰਾ ਢੋਲ ਵਜਾਈ ਜਾਏ ਆਪਣਾ ਵੀ ਰੱਬ ਵੀ ਹੈ ਨਹੀਂ, ਨਾ ਰੱਬ ਕੋਈ ਰੱਬ ਨਾਮ ਦੀ ਚੀਜ਼ ਹੈ, ਨਾ ਕੋਈ ਰੱਬ ਨਾਮ ਦਾ ਸ਼ਖਸ ਹੈ, ਨਾ ਕੋਈ ਰੱਬ ਨਾਮ ਦੀ ਤਾਕਤ ਹੈ, ਉਹ ਭਾਵੇਂ ਆਪਣਾ ਜਿੰਨਾ ਮਰਜ਼ੀ ਢੋਲ ਵਜਾਈ ਜਾਏ। ਪਰ ਪਤਾ ਅਸਲ 'ਚ ਉਦਣ ਹੀ ਲੱਗੇਗਾ ਜਿੱਦਣ ਅਸੀਂ ਸੱਚਮੁੱਚ ਭੌਰੇ ਬਣ ਕੇ
ਉਸ ਕਸਤੂਰੀ ਦਾ, ਉਸ ਸੁਗੰਧੀ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਉਸ ਦਿਨ ਪਤਾ ਲੱਗੇਗਾ ਵੀ ਸੱਚਮੁੱਚ ਅਕਾਲ ਪੁਰਖ ਹੈ ਤੇ ਅਸੀਂ ਸਿਰਫ ਉਹਨੂੰ ਭੁੱਲ ਕੇ ਬੈਠੇ ਸਾਂ। ਅਸੀਂ ਉਹਨੂੰ ਅਜੇ ਤੱਕ ਮੰਨਣ ਦੀ ਕੋਸ਼ਿਸ਼, ਯਤਨ ਨਹੀਂ ਸੀ ਕੀਤਾ। ਅੱਜ ਮੰਨਣ ਲੱਗਿਆ, ਅੱਜ ਉਹਨੂੰ ਮਹਿਸੂਸ ਵੀ ਕਰ ਲਿਆ, ਅੱਜ ਸੁਗੰਧੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅੱਜ ਸੁਗੰਧੀ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਉਹ ਸੁਗੰਧੀ ਮਿਲ ਵੀ ਗਈ। ਤੇ ਜਿੰਨਾ ਚਿਰ ਮੈਂ ਉਹਦੇ ਵੱਲ ਤੁਰਿਆ ਨਹੀਂ ਸੀ, ਉਹਨਾਂ ਚਿਰ ਮੈਨੂੰ ਨਹੀਂ ਸੀ ਪਤਾ ਵੀ ਅਕਾਲ ਪੁਰਖ ਕੀ ਹੈ, ਰੱਬ ਕੀ ਹੈ, ਰੱਬ ਕਿਹਨੂੰ ਕਹਿੰਦੇ ਨੇ, ਮੈਨੂੰ ਨਹੀਂ ਪਤਾ। ਤੇ ਜਿਹੜਾ ਤੁਰ ਪਿਆ ਉਹ ਕੀ ਕਹਿੰਦਾ ਹੈ? ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਤੇ ਇਹ ਕਹਿੰਦਾ ਤੂੰ ਸਭਨੀ ਥਾਈ ਜਿਥੈ, ਹਉ ਜਾਈ ਸਾਚਾ ਸਿਰਜਣ ਹਾਰ ਜੀਓ। ਤੇ ਜਿਹਨੇ ਵੇਖ ਲਿਆ, ਮਹਿਸੂਸ ਕਰ ਲਿਆ, ਉਹ ਤੇ ਇਹੀ ਕਹਿੰਦਾ ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹਨੇ ਮਾਣਿਆ ਤੇ ਜਿਹਨੇ ਨਹੀਂ ਮਾਣਿਆ ਉਹ ਵੱਖਰਾ ਢੋਲ ਵਜਾਈ ਜਾਂਦਾ। ਅੱਜ ਵੀ ਵੱਜ ਰਿਹਾ। ਕਿ ਅੱਜ ਅਸੀਂ ਇਹ ਥੋੜੀ ਕਹਿ ਸਕਦੇ ਹਾਂ ਵੀ ਉਹ ਬੰਦੇ ਹੈ ਨਹੀਂ ਜਿਹੜੇ ਇਹ ਕਹਿੰਦੇ ਵੀ ਰੱਬ ਹੈ ਨਹੀਂ। ਅੱਜ ਵੀ ਤੇ ਮੌਜੂਦ ਨੇ ਨਾ, ਉਹ ਆਪਣਾ ਢੋਲ ਵਜਾ ਰਹੇ ਨੇ, ਉਹ ਆਪਣਾ ਢੰਡੋਰਾ ਪਿੱਟ ਰਹੇ ਨੇ। ਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਆਪਣਾ ਢੋਲ ਨਾ ਵਜਾਉਣ, ਆਪਣਾ ਢੰਡੋਰਾ ਨਾ ਪਿੱਟਣ। ਉਹ ਪਿੱਟਦੇ ਨੇ, ਪਿੱਟਣ ਦਿਓ। ਕਿਉਂ? ਬਿਕੋਜ਼ ਉਹਨਾਂ ਨੇ ਅਜੇ ਤੱਕ ਸੁਗੰਧੀ ਨੂੰ ਮਾਣਿਆ ਨਹੀਂ ਹੈ। ਤੇ ਜਿੱਦਣ ਮੰਨ ਲੈਣਗੇ ਉਦਣ ਮੰਨੇਗਾ। ਜਿੰਨਾ ਚਿਰ ਖੁੰਝੇ ਨੇ ਉਹਨਾਂ ਚਿਰ ਉਹ ਭਟਕੇ ਹੋਏ, ਭੁੱਲੇ ਹੋਏ ਕਹਿੰਦੇ ਨੇ ਅਕਾਲ ਪੁਰਖ ਨਹੀਂ, ਪਰਮੇਸ਼ਵਰ ਨਹੀਂ, ਰੱਬ ਨਹੀਂ। ਪਰ ਜਿੱਦਣ ਸੁਗੰਧੀ ਮਾਣ ਲੈਣਗੇ, ਮੰਨਣਾ ਤੇ ਉਦਣ ਪਏਗਾ ਵੀ ਸੱਚਮੁੱਚ ਅਕਾਲ ਪੁਰਖ ਪਰਮੇਸ਼ਵਰ ਹੈ, ਜਿਹਦੇ ਕਰਕੇ ਇਹ ਸਾਰੇ ਦੇ ਸਾਰੇ ਸੰਸਾਰ ਦੀ ਰਚਨਾ ਹੈ, ਜਿਹਦੇ ਕਰਕੇ ਇਹ ਸਾਰੇ ਦਾ ਸਾਰਾ ਸੰਸਾਰ ਖੜੋਤਾ ਹੈ, ਜਿਹਦੇ ਕਰਕੇ ਇਹ ਸਾਰੇ ਦੇ ਸਾਰਾ ਸੰਸਾਰ ਜਿਹੜਾ ਆਪਣੇ ਨੇਮ ਵਿੱਚ, ਨਿਯਮਾਂ ਵਿੱਚ ਚੱਲ ਰਿਹਾ, ਜਿਵੇਂ ਉਸ ਅਕਾਲ ਪੁਰਖ ਨੇ ਬਣਾਏ ਨੇ। ਕਿਉਂਕਿ ਕੋਈ ਤਾਕਤ ਤੇ ਹੈ ਨਾ ਜਿਹੜੀ ਗ੍ਰਹਿਾਂ ਨੂੰ ਇੱਕ ਦੂਜਿਆਂ ਤੋਂ ਦੂਰ ਕਰਕੇ ਰੱਖ ਕੇ ਬੈਠੀ ਹੈ। ਸੂਰਜ ਦੇ ਦੁਆਲੇ ਗ੍ਰਹਿਾਂ ਦਾ ਘੁੰਮਣਾ ਕੋਈ ਨਿਯਮ ਤੇ ਹੈ ਨਾ, ਨਾ ਕੋਈ ਚੱਕਰ ਨਜ਼ਰ ਆਉਂਦਾ ਬਣਿਆ ਹੋਇਆ, ਨਾ ਕੋਈ ਧਾਗਾ ਨਜ਼ਰ ਆਉਂਦਾ ਜਿਹੜਾ ਪਾ ਕੇ ਦੂਰ ਦੂਰ ਖੜਾਏ ਹੋਣ, ਕੁਛ ਨਹੀਂ ਦਿਸਦਾ। ਪਰ ਇੱਕ ਗ੍ਰਹਿ ਜਿਹੜਾ ਹੈ ਨਾ ਉਹ ਆਪਣੀ ਥਾਂ ਦੇ ਉੱਤੇ ਖੜੋਤਾ ਘੁੰਮ ਰਿਹਾ, ਉਸੇ ਲਾਈਨ ਤੇ ਘੁੰਮ ਰਿਹਾ, ਨਾ ਆਸੇ ਨਾ ਪਾਸੇ। ਸੂਰਜ ਉੱਥੇ ਖੜੋਤਾ ਹੋਇਆ ਆਪਣਾ ਉਸ ਹਿਸਾਬ ਨਾਲ ਜਿਵੇਂ ਉਹਨੇ ਚੱਲਣਾ ਉਹ ਚੱਲ ਰਿਹਾ। ਕਿਹੜੀ ਤਾਕਤ ਹੈ? ਕਿੰਨੇ ਬੰਨ ਕੇ ਰੱਖਿਆ ਉਹਨਾਂ ਨੂੰ ਤੇ ਕਿਹੜਾ ਕਿਸ ਢੰਗ ਨਾਲ ਬੰਨ ਕੇ ਰੱਖਿਆ ਉਹਨਾਂ ਨੂੰ? ਕੋਈ ਨਿਯਮ ਤੇ ਹੈ ਨਾ, ਕੋਈ ਤਾਕਤ ਤੇ ਹੈ। ਅਖੀਰ ਕਿਤੇ ਨਾ ਕਿਤੇ ਜਾ ਕੇ ਜਿੰਨੇ, ਕਿਉਂਕਿ ਜਦੋਂ ਅਸੀਂ ਮੰਨਣ ਦੀ ਕੋਸ਼ਿਸ਼ ਕਰਾਂਗੇ ਨਾ, ਉਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼, ਯਤਨ ਕਰਾਂਗੇ, ਤੇ ਫਿਰ ਉਹ ਹਰ ਪਦਾਰਥ ਵਿੱਚੋਂ ਦਿਸੇਗਾ, ਹਰ ਵਸਤੂ ਵਿੱਚੋਂ ਨਜ਼ਰ ਆਏਗਾ। ਹਾਂ, ਜੇ ਅਸੀਂ ਉਹਨੂੰ ਮੰਨਣ ਦੀ ਕੋਸ਼ਿਸ਼ ਨਹੀਂ ਕਰਨੀ, ਮੰਨਣ ਦਾ ਯਤਨ ਹੀ ਨਹੀਂ ਕਰਨਾ, ਤੇ ਫਿਰ ਭਾਵੇਂ ਸਾਡੇ ਸਾਹਮਣੇ ਆ ਕੇ ਕਿਉਂ ਨਾ ਬਹਿ ਜਾਏ, ਅਸੀਂ ਫਿਰ ਵੀ ਕਹਿ ਦਾਂਗੇ ਤੈਨੂੰ ਕੌਣ ਕਹਿੰਦਾ ਤੂੰ ਰੱਬ ਹੈ। ਜਿੱਦਾਂ ਦੇ ਸਮਾਜ ਦੇ ਹਾਲਾਤ ਬਣ ਚੁੱਕੇ ਨੇ ਜਾਂ ਇਨਸਾਨਾਂ ਦੇ ਹਾਲਾਤ ਬਣ ਚੁੱਕੇ ਨੇ, ਉਸ ਹਿਸਾਬ ਦੇ ਨਾਲ ਜਿਵੇਂ ਇਨਸਾਨ ਆਪਣੇ ਸਾਹਮਣੇ ਬੈਠੇ ਇਨਸਾਨ ਨੂੰ ਵੇਖ ਕੇ ਮੁਨਕਰ ਹੋ ਜਾਂਦਾ ਵੀ ਤੂੰ ਕੌਣ ਹੈ, ਮੈਂ ਤੇ ਤੈਨੂੰ ਜਾਣਦਾ ਨਹੀਂ। ਤੇ ਸੱਚਮੁੱਚ ਖਿਆਲ ਕਰਿਓ, ਜਿਸ ਰੱਬ ਨੂੰ ਅੱਜ ਇਨਸਾਨ ਆਵਾਜ਼ਾਂ ਮਾਰਦਾ ਹੈ ਨਾ, ਜੇ ਉਹ ਅਕਾਲ ਪੁਰਖ ਆ ਕੇ ਵੀ ਇਹਦੇ ਸਾਹਮਣੇ ਬਹਿ ਜਾਏ ਨੇ, ਉਹਨੂੰ ਵੀ ਕਹਿ ਦੇਣਾ ਵੀ ਤੂੰ ਕੌਣ ਹੈ। ਜਿੱਦਾਂ ਦੇ ਮਨੁੱਖ ਦੇ ਹਾਲਾਤ ਬਣੇ ਹੋਏ ਨੇ। ਜੇ ਮੰਨਣਾ ਫਿਰ ਹਰ ਪਦਾਰਥ ਚੋਂ ਦਿਸੇਗਾ, ਜੇ ਨਹੀਂ ਮੰਨਣਾ, ਉਹਨੂੰ ਨਹੀਂ ਮਹਿਸੂਸ ਕਰਨਾ, ਫਿਰ ਭਾਵੇਂ ਉਹ ਸਾਹਮਣੇ ਆ ਕੇ ਕਿਉਂ ਨਾ ਬੈਠ ਜਾਏ, ਅਸੀਂ ਫਿਰ ਵੀ ਮਹਿਸੂਸ ਨਹੀਂ ਕਰ ਸਕਦੇ। ਕਿਉਂਕਿ ਅਸੀਂ ਫਿਰ ਵੀ ਨਾ, ਹੋ ਸਕਦਾ, ਖਿਮਾ ਕਰਿਓ ਮੈਂ ਇਹ ਬਚਨ ਵਰਤਣ ਲੱਗਿਆ, ਅਸੀਂ ਉਹਨੂੰ ਵੀ ਨਾ, ਜੇ ਅਕਾਲ ਪੁਰਖ ਪਰਮਾਤਮਾ ਵੀ ਸਾਡੇ ਸਾਹਮਣੇ ਆ ਕੇ ਬਹਿ ਜਾਏ, ਤੇ ਹੋ ਸਕਦਾ ਅਸੀਂ ਉਹਦੇ ਲਈ ਵੀ ਇਹ ਲਫ਼ਜ਼ ਵਰਤ ਲਈਏ ਵੀ ਤੂੰ ਤੇ ਸਾਨੂੰ ਮੂਰਖ ਬਣਾਉਣ ਲਈ ਇੱਥੇ ਬੈਠਾ ਹੈ। ਪਰ ਮਾਲਕ ਜੀ ਨੇ ਅੱਜ ਜ਼ਿਕਰ ਕਰਦੇ ਆਖਿਆ, ਕਬੀਰ ਕਸਤੂਰੀ ਭਇਆ, ਰੱਬ ਇੱਕ ਕਸਤੂਰੀ ਵਾਂਗੂ ਹੈ, ਭਵਰ ਭਏ ਸਭ ਦਾਸ, ਜਿਹੜੇ ਉਹਦੇ ਸੇਵਕ ਨੇ ਉਹ ਭੌਰੇ ਨੇ। ਤੇ ਨਾਲ ਉਹਨਾਂ ਫਿਰ ਜ਼ਿਕਰ ਕੀਤਾ, ਜਿਉਂ ਜਿਉਂ ਭਗਤ ਕਬੀਰ ਕੀ,
ਤਿਉਂ ਤਿਉਂ ਰਾਮ ਨਿਵਾਸ। ਜਿਵੇਂ ਜਿਵੇਂ ਕੋਈ ਭਗਤੀ ਕਰਦਾ ਹੈ ਤਿਵੇਂ ਤਿਵੇਂ ਉਹ ਰਾਮ ਦੇ ਵਿੱਚ ਨਿਵਾਸ ਲੈਂਦਾ ਜਾਂਦਾ, ਤਿਵੇਂ ਤਿਵੇਂ ਉਹਦੇ ਨਜ਼ਦੀਕ ਹੁੰਦਾ ਜਾਂਦਾ। ਜਿਵੇਂ ਜਿਵੇਂ ਉਹਨੂੰ ਕੋਈ ਮੰਨਣ ਦੀ ਕੋਸ਼ਿਸ਼ ਕਰਦਾ, ਯਤਨ ਕਰਦਾ ਹੈ, ਤਿਵੇਂ ਤਿਵੇਂ ਉਹ ਸੁਗੰਧੀ ਜਿਹੜੀ ਉਹ ਵੱਧਦੀ ਜਾਂਦੀ ਹੈ, ਹੋਰ ਹੋਰ ਉਹਦੇ ਨਜ਼ਦੀਕ ਹੋਈ ਜਾਂਦਾ। ਕਿਉਂਕਿ ਇੱਕ ਇਹ ਹੈ ਵੀ ਅਸੀਂ ਬਗੀਚੇ ਤੋਂ ਦੂਰ ਬੈਠੇ ਹਾਂ। ਜਿਵੇਂ ਜਿਵੇਂ ਬਗੀਚੇ ਦੇ ਨਜ਼ਦੀਕ ਜਾਵਾਂਗੇ, ਫੁੱਲਾਂ ਦੀ ਵਾੜੀ ਦੇ ਨੇੜੇ ਜਾਵਾਂਗੇ, ਤਿਵੇਂ ਤਿਵੇਂ ਸੁਗੰਧੀ ਵੱਧਦੀ ਜਾਏਗੀ। ਤੇ ਇੱਕ ਬੰਦਾ ਉਹ ਹੈ ਜਿਹੜਾ ਵਾੜੀ ਦੇ ਵਿੱਚ ਬੈਠਾ ਹੈ, ਬਗੀਚੇ ਦੇ ਵਿੱਚ ਬੈਠਾ, ਤੇ ਉਹ ਬਗੀਚੇ ਦੇ ਵਿੱਚ ਬੈਠਾ ਹੋਇਆ ਵੀ ਸੁਗੰਧੀ ਨਹੀਂ ਮਾਣ ਰਿਹਾ। ਕਿਉਂ? ਉਹ ਮੂੰਹ ਦੇ ਉੱਤੇ ਕੋਈ ਨਾ ਕੋਈ ਕੱਪੜਾ ਬੰਨ੍ਹ ਕੇ ਬੈਠਾ, ਨੱਕ ਨੂੰ ਕਿਸੇ ਤਰੀਕੇ ਨਾਲ ਬੰਨ੍ਹ ਕੇ ਬੈਠਾ ਹੈ, ਤੇ ਉਹ ਸੁਗੰਧੀ ਮਾਣ ਨਹੀਂ ਸਕਦਾ। ਹਾਂ, ਜਦੋਂ ਉਹ ਆਪਣੇ ਨੱਕ ਨੂੰ ਖੋਲ ਦੇਗਾ, ਵਾੜੀ ਵਿੱਚ ਬੈਠਾ ਸੁਗੰਧੀ ਮਾਣੇਗਾ। ਤੇ ਮਨੁੱਖਾ, ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ ਨਾ, ਉਹ ਤੇਰੇ ਅੰਦਰ ਹੀ ਬੈਠਾ ਹੈ। ਤੂੰ ਉਹ ਅਕਾਲ ਪੁਰਖ ਰੂਪ ਜਿਹੜੀ ਵਾੜੀ ਹੈ, ਅਕਾਲ ਪੁਰਖ ਰੂਪ ਜਿਹੜਾ ਬਗੀਚਾ ਹੈ, ਪੁਰਖ ਰੂਪ ਜਿਹੜੀ ਕਸਤੂਰੀ ਹੈ, ਉਹਦੇ ਕੋਲੇ ਬਹਿ ਕੇ ਵੀ ਤੂੰ ਸੁਗੰਧੀ ਤੋਂ ਸਖਣਾ ਹੈ। ਕਿਉਂਕਿ ਤੂੰ ਆਪਣੇ ਆਪੇ ਨੂੰ ਨਾ ਉਹਦੇ ਤੋਂ ਵੱਖਰਾ ਦੱਸ ਰਿਹਾ, ਉਹਦੇ ਤੋਂ ਵੱਖਰਾ ਦੱਸਣ ਦੀ ਕੋਸ਼ਿਸ਼, ਯਤਨ ਵੀ ਕਰਦਾ, ਤੇ ਤੂੰ ਆਪਣੇ ਨੱਕ ਨੂੰ ਨਾ ਬੰਨ੍ਹ ਕੇ ਬੈਠਾ ਵੀ ਮੈਂ ਮੰਨਣਾ ਹੀ ਨਹੀਂ ਚਾਹੁੰਦਾ। ਹੁਣ ਇੱਥੇ ਕਸੂਰ ਪਰਮੇਸ਼ਵਰ ਦਾ ਨਹੀਂ ਹੈ, ਅਕਾਲ ਪੁਰਖ ਦਾ ਨਹੀਂ ਹੈ, ਕਸੂਰ ਮਨੁੱਖਾ ਤੇਰਾ ਹੈ ਵੀ ਤੂੰ ਆਪਣਾ ਮੂੰਹ ਬੰਨ੍ਹ ਕੇ ਬੈਠਾ, ਤੂੰ ਆਪਣਾ ਨੱਕ ਬੰਨ੍ਹ ਕੇ ਬੈਠਾ। ਉਹ ਤੇ ਸੁਗੰਧੀ ਹਰ ਵਕਤ ਦੇ ਰਿਹਾ, ਬਸ ਤੂੰ ਅਜੇ ਤੱਕ ਮਾਣ ਨਹੀਂ ਸਕਿਆ। ਤੇ ਭਗਤ ਜੀ ਕਹਿੰਦੇ, ਜਿਉਂ ਜਿਉਂ ਭਗਤ ਕਬੀਰ ਕੀ, ਜਿਵੇਂ ਜਿਵੇਂ ਕਹਿੰਦੇ ਭਗਤੀ ਕੀਤੀ, ਤਿਉਂ ਤਿਉਂ ਰਾਮ ਨਿਵਾਸ, ਤਿਵੇਂ ਤਿਵੇਂ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਨਿਵਾਸ ਜਿਹੜਾ ਉਹ ਮਿਲਦਾ ਗਿਆ। ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕੰਠ ਰਹਿ ਗਇਓ ਰਾਮ। ਅਗਲਾ ਸ਼ਲੋਕ ਫਿਰ ਉਹਨਾਂ ਜ਼ਿਕਰ ਕੀਤਾ, ਕਹਿੰਦੇ ਗਹਿ ਗਚ ਪਰਿਓ ਕੁਟੰਬ ਕੈ। ਝਮੇਲਿਆਂ ਦੇ ਵਿੱਚ ਫਸ ਗਿਆ। ਕਿਹਦੇ? ਕੁਟੰਬ ਕੇ, ਪਰਿਵਾਰ ਦੇ। ਹੋਇਆ ਕਿ ਕੰਠੇ ਰਹਿ ਗਿਓ ਰਾਮ। ਕੰਠੇ ਦਾ ਮਤਲਬ ਅਸੀਂ ਗਲਾ ਵੀ ਕਰ ਸਕਦੇ ਹਾਂ, ਕੰਠ, ਤੇ ਕੰਠੇ ਦਾ ਮਤਲਬ ਕਿਨਾਰਾ, ਪਾਸਾ। ਬੰਦਾ ਆਪਣੇ ਪਰਿਵਾਰਕ ਝਮੇਲਿਆਂ 'ਚ ਇੰਨਾ ਕੁ ਫਸ ਗਿਆ, ਕੰਠੇ ਰਹਿ ਗਿਓ ਰਾਮ, ਰੱਬ ਇੱਕ ਪਾਸੇ ਹੀ ਰਹਿ ਗਿਆ। ਜਾਂ ਆਪਣੇ ਸੰਸਾਰਕ ਝਮੇਲਿਆਂ 'ਚ ਇੰਨਾ ਕੁ ਫਸ ਗਿਆ ਵੀ ਰੱਬ ਗਲੇ ਤੋਂ ਥੱਲੇ ਗਿਆ ਹੀ ਨਹੀਂ, ਗਲੇ ਤੱਕ ਹੀ ਸੀਮਤ ਰਹਿ ਗਿਆ। ਵੀ ਜ਼ੁਬਾਨ ਰੱਬ ਰੱਬ ਕਰ ਰਹੀ ਹੈ, ਬਸ ਬਹੁਤ ਹੈ, ਇਦੋਂ ਵੱਧ ਕੇ ਕੁਝ ਨਹੀਂ ਚਾਹੀਦਾ, ਜ਼ੁਬਾਨ ਰੱਬ ਰੱਬ ਕਰ ਰਹੀ ਹੈ। ਕੰਠੇ ਰਹਿ ਕੇ ਰਾਮ, ਗਲੇ ਤੱਕ ਹੀ ਸੀਮਤ ਰਹਿ ਗਏ ਨਾ। ਤੇ ਸਾਡੇ ਨਾ ਮਨੁੱਖਾਂ ਦੇ ਜਿਹੜੇ ਹਾਲਾਤ ਨੇ ਉਹ ਇਹ ਬਣ ਚੁੱਕੇ ਵੀ ਅਸੀਂ ਨਾ ਰੱਬ ਨੂੰ ਵੀ ਇੱਕ ਨਾ ਆਪਣਾ ਪਹਿਰਾਵਾ ਵਿਖਾਉਣ ਤੱਕ ਸੀਮਤ ਹੈ, ਤੇ ਦੁਨੀਆ ਨੂੰ ਵੀ ਅਸੀਂ ਇਹੀ ਵਿਖਾਉਣ ਤੱਕ ਸੀਮਤ ਆ ਵੀ ਅਸੀਂ ਰੱਬ ਵਾਲੇ ਆ। ਦੁਨੀਆ ਨੂੰ ਮਨਾ ਲਾਂਗੇ ਵੀ ਅਸੀਂ ਰੱਬ ਵਾਲੇ ਆ, ਹੁਣ ਰੱਬ ਨੂੰ ਥੋੜੀ ਮਨਾ ਲਾਂਗੇ ਵੀ ਰੱਬਾ ਅਸੀਂ ਤੈਨੂੰ ਹਾਸਲ ਕੀਤਾ ਤੇ ਤੈਨੂੰ ਮਹਿਸੂਸ ਕੀਤਾ। ਰੱਬ ਤੇ ਜਾਣਦਾ ਹੀ ਹੈ ਨਾ ਵੀ ਇਹਦੇ ਗਲੇ ਤੱਕ ਹੈ ਕਿ ਗਲੇ ਤੋਂ ਥੱਲੇ ਵੀ ਗਿਆ ਮੈਂ, ਜਾਂ ਇਹਨੇ ਪਾਸੇ ਹੀ ਰੱਖਿਆ ਹੋਇਆ ਕਿ ਸੱਚਮੁੱਚ ਇਹਨੇ ਮੰਨਣ ਦੀ ਕੋਸ਼ਿਸ਼ ਕੀਤੀ, ਯਤਨ ਕੀਤਾ। ਤੇ ਗਹਿ ਗਚ ਪਰਿਓ ਕੁਟੰਬਕ ਹੈ। ਭਗਤ ਕਬੀਰ ਸਾਹਿਬ ਤੇ ਕਹਿੰਦੇ, ਮੈਂ ਜੋ ਸੰਸਾਰ ਤੇ ਮਹਿਸੂਸ ਕੀਤਾ ਉਹ ਇਹ ਕੀਤਾ ਹੈ ਵੀ ਹਰ ਬੰਦਾ ਆਪਣੇ ਪਰਿਵਾਰਕ ਝਮੇਲਿਆਂ 'ਚ ਫਸਿਆ ਬੈਠਾ, ਤੇ ਕੰਠੇ ਰਹਿ ਗਿਓ ਰਾਮ, ਰੱਬ ਨੂੰ ਤੇ ਇੱਕ ਪਾਸੇ ਹੀ ਕਰਤਾ। ਆਪਾਂ ਪਿੱਛੇ ਸ਼ਲੋਕ ਵਿਚਾਰ ਕੇ ਆਏ ਸਨ, ਇਨਸਾਨਾਂ ਦੇ ਹਾਲਾਤ ਇਹ ਬਣ ਚੁੱਕੇ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਹੁਣ ਇਹ ਕੀ ਹੈ? ਫਸਿਆ ਤੇ ਪਰਿਵਾਰਕ ਝਮੇਲਿਆਂ 'ਚ ਹੀ ਬੈਠਾ ਨਾ, ਫਸਿਆ ਤੇ ਦੁਨਿਆਵੀ ਝਮੇਲਿਆਂ 'ਚ ਹੀ ਬੈਠਾ। ਕੱਲੇ ਪਰਿਵਾਰਕ ਝਮੇਲੇ ਨਹੀਂ ਕਹਿ ਸਕਦੇ, ਸੰਸਾਰਕ ਝਮੇਲਿਆਂ 'ਚ ਫਸਿਆ ਬੈਠਾ। ਪਰਿਵਾਰ ਤੋਂ ਹੋ ਸਕਦਾ ਬੰਦਾ ਕਹਿ ਸਕਦਾ ਜੀ ਮੈਂ ਨਹੀਂ ਪਰਿਵਾਰਕ ਮੋਹ 'ਚ ਵੱਜਿਆ। ਸੱਜਣਾ, ਪਰਿਵਾਰਕ ਮੋਹ 'ਚ ਨਹੀਂ ਵੱਜਿਆ, ਕਾਰੋਬਾਰ ਦੇ ਮੋਹ 'ਚ ਫਸਿਆ ਬੈਠਾ ਹੋਏਗਾ। ਕਾਰੋਬਾਰ ਦੇ ਮੋਹ 'ਚ ਨਹੀਂ ਫਸਿਆ, ਹੋ ਸਕਦਾ ਆਪਣੀ ਕਿਸੇ ਹੋਰ ਮੋਹ ਦੇ ਵਿੱਚ ਫਸਿਆ ਬੈਠਾ ਹੋਵੇ, ਕਿਸੇ ਹੋਰ ਵਸਤੂ ਦੇ ਮੋਹ 'ਚ ਫਸਿਆ ਬੈਠਾ ਹੋਵੇ, ਕਿਸੇ ਹੋਰ ਪਦਾਰਥ ਦੇ ਮੋਹ 'ਚ ਫਸਿਆ ਬੈਠਾ ਹੋਵੇ। ਬੈਠਾ ਤੇ ਗਹਿ ਗਚ ਵਿੱਚ ਹੀ ਹੈ ਨਾ, ਬੈਠਾ ਤੇ ਚਿੱਕੜ 'ਚ ਹੀ ਹੈ।
ਚਾਹੇ ਆਪ ਬਣਾਇਆ ਹੋਵੇ, ਚਾਹੇ ਬਣੇ ਬਣਾਏ 'ਚ ਫਸ ਗਿਆ ਹੋਵੇ। ਹੋ ਸਕਦਾ ਹੈ, ਬਸ ਫਰਕ ਇੰਨਾ ਕੁ ਕਹਿ ਸਕਦੇ ਆ, ਚਿੱਕੜ ਤੇ ਚਿੱਕੜ ਹੀ ਹੈ, ਚਾਹੇ ਗੰਦਾ ਹੋਵੇ ਤੇ ਚਾਹੇ ਸੁਥਰਾ ਹੋਵੇ। ਇੱਕ ਚਿੱਕੜ ਉਹ ਨਾ ਜਿੱਥੇ ਗੰਦਗੀ ਇਕੱਠੀ ਹੋਈ, ਉਹ ਚਿੱਕੜ ਬਣ ਗਿਆ। ਇੱਕ ਉਹ ਹੈ ਜਿੱਥੇ ਮਿੱਟੀ ਦੇ ਉੱਤੇ ਪਾਣੀ ਪਾਤਾ ਗਿਆ, ਹੁਣ ਉਹ ਹੈ ਵੱਜਣਾ ਉਹਨੇ ਵੀ ਚਿੱਕੜ ਹੀ ਹੈ, ਕਵਾਂਗੇ ਅਸੀਂ ਉਹਨੂੰ ਵੀ ਚਿੱਕੜ ਹੀ, ਉਹਨੂੰ ਇਹ ਨਹੀਂ ਕਹਿ ਸਕਦੇ ਸੁਥਰਾ ਚਿੱਕੜ ਹੈ, ਸਾਫ਼ ਚਿੱਕੜ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਮਨੁੱਖ ਨਾ ਆਪਣੇ ਕੁਟੰਬ ਦੇ ਗਹਿ ਗੱਚ 'ਚ ਫਸਿਆ ਬੈਠਾ ਤੇ ਕੰਠੇ ਰਹਿ ਗਿਓ ਰਾਮ। ਰੱਬ ਤੇ ਇੱਕ ਪਾਸੇ ਹੀ ਰੱਖਤਾ ਅਸੀਂ। ਚਾਹੀਦਾ ਤੇ ਇਹ ਸੀ ਵੀ ਭਵਰ ਬਣ ਕੇ ਨਾ ਅਸੀਂ ਵੀ ਉਸ ਸੁਗੰਧੀ ਦਾ ਆਨੰਦ ਮਾਣਦੇ। ਹਾਲਾਂਕਿ ਆਪਾਂ ਇਸ ਗੱਲ ਨੂੰ ਵਿਚਾਰਦੇ ਹਾਂ ਨਾ, ਇਹ ਵੀ ਕਹਿੰਦੇ ਆ ਕਾਗਜ਼ੀ ਫੁੱਲਾਂ 'ਚੋਂ ਕਦੇ ਸੁਗੰਧੀ ਨਹੀਂ ਆਉਂਦੀ ਤੇ ਕਾਗਜ਼ੀ ਫੁੱਲਾਂ ਤੇ ਕਦੇ ਭੌਰਾ ਆ ਕੇ ਬੈਠਾ ਨਹੀਂ। ਪਰ ਅਸੀਂ ਪਤਾ ਕੀ ਕਰ ਰਹੇ ਹਾਂ, ਜੋ ਮਨੁੱਖਾਂ ਦੇ ਹਾਲਾਤ ਨੇ, ਅਸੀਂ ਕਾਗਜ਼ੀ ਫੁੱਲ ਬਣਾ ਬਣਾ ਕੇ ਉੱਤੇ ਬੈਠੀ ਜਾਂਦੇ ਹਾਂ। ਜੇ ਤੇ ਅਸਲ ਭੌਰੇ ਹੋਈਏ ਫਿਰ ਤੇ ਪਤਾ ਲੱਗ ਜਾਏ ਵੀ ਅਸਲ ਕੀ ਹੈ ਤੇ ਨਕਲ ਕੀ ਹੈ, ਕਿਹੜਾ ਫੁੱਲ ਸਹੀ ਹੈ ਤੇ ਕਿਹੜਾ ਨਕਲੀ ਹੈ, ਫਿਰ ਤੇ ਪਤਾ ਲੱਗ ਜਾਏ ਜੇ ਅਸਲੀ ਭੌਰੇ ਹੋਈਏ। ਪਰ ਅਸੀਂ ਇੰਨੇ ਕੁ ਮੂਰਖਤਾਈ ਵਿੱਚ ਫਸੇ ਹੋਏ ਆ ਵੀ ਜਿਹੜੇ ਕਾਗਜ਼ੀ ਬਣਾਏ ਹੋਏ ਫੁੱਲ ਨੇ ਨਾ, ਅਸੀਂ ਉਹਨਾਂ ਤੇ ਵੀ ਜਾ ਜਾ ਕੇ ਬਹਿ ਕੇ ਸੁਗੰਧੀ ਮਾਣਨ ਦੀ ਕੋਸ਼ਿਸ਼ ਕਰਦੇ ਆ। ਤੇ ਇਹਦਾ ਜਵਾਬ ਤੁਸੀਂ ਦਿਓ ਕਿ ਕਾਗਜ਼ੀ ਫੁੱਲਾਂ ਤੇ ਬਹਿ ਕੇ ਭੌਰਾ ਕਦੇ ਸੁਗੰਧੀ ਦਾ ਆਨੰਦ ਮਾਣ ਸਕਦਾ? ਕਦੇ ਵੀ ਨਹੀਂ। ਤੇ ਜੇ ਕਾਗਜ਼ੀ ਫੁੱਲ ਤੇ ਬਹਿ ਕੇ ਭੌਰਾ ਸੁਗੰਧੀ ਨਹੀਂ ਮਾਣ ਸਕਦਾ, ਤੇ ਸਾਡੇ ਬਣਾਏ ਹੋਏ ਰੱਬ ਨੂੰ ਅਸੀਂ ਬਣਾ ਕੇ ਉਹਦੇ ਕੋਲੋਂ ਕੀ ਹਾਸਲ ਕਰ ਲਾਂਗੇ? ਜਿਨ੍ਹਾਂ ਨੂੰ ਅਸੀਂ ਰੱਬ ਬਣਾ ਬਣਾ ਕੇ ਰੱਖਦੇ ਫਿਰਦੇ ਆ, ਜਾਂ ਅਸੀਂ ਰੱਬ ਬਣਾ ਬਣਾ ਕੇ ਸੰਸਾਰ ਨੂੰ ਦੱਸਦੇ ਫਿਰਦੇ ਆ ਜੀ ਆਹ ਵੀ ਰੱਬ ਹੈ ਤੇ ਆਹ ਵੀ ਰੱਬ ਹੈ, ਤੇ ਸਾਨੂੰ ਉਹਨਾਂ ਕੋਲੋਂ ਕੀ ਮਿਲ ਜੇਗਾ? ਤੇ ਫਿਰ ਇੰਨਾ ਕਦੇ ਸਾਨੂੰ ਹੀ ਖਿਆਲ ਕਰ ਲੈਣਾ ਚਾਹੀਦਾ ਨਾ, ਕਾਗਜ਼ੀ ਫੁੱਲਾਂ ਚੋਂ ਕਦੇ ਸੁਗੰਧੀ ਨਹੀਂ ਆਉਂਦੀ ਤੇ ਸਾਡੇ ਬਣਾਏ ਰੱਬ ਸਾਡਾ ਕੁਝ ਨਹੀਂ ਸਵਾਰ ਸਕਦੇ। ਸਵਾਰੇਗਾ ਉਹੀ ਜਿਹੜਾ ਸਾਨੂੰ ਬਣਾਉਣ ਵਾਲਾ ਹੈ। ਸਾਡੇ ਬਣਾਏ ਰੱਬ ਨੇ ਸਾਡਾ ਕੁਝ ਨਹੀਂ ਸਵਾਰਨਾ, ਜਿਹੜਾ ਅਸੀਂ ਬਣਾਇਆ ਹੈ। ਸਵਾਰੇਗਾ ਕੌਣ? ਜਿਹੜਾ ਸਾਨੂੰ ਬਣਾ ਰਿਹਾ। ਹੁਣ ਅਸੀਂ ਕਿਹਨਾਂ ਨੂੰ ਬਣਾਇਆ? ਅਸੀਂ ਕਦੇ ਕਿਸੇ ਵੱਲ ਇਸ਼ਾਰਾ ਕਰਕੇ ਕਹਿਤਾ ਜੀ ਉਹ ਵੀ ਰੱਬ ਹੈ, ਕਦੇ ਕਿਸੇ ਵੱਲ ਇਸ਼ਾਰਾ ਕਰਕੇ ਕਹਿਤਾ ਜੀ ਉਹ ਵੀ ਰੱਬ ਹੈ। ਰੱਬ ਹੈ ਇੱਕ, ਅਸੀਂ ਪਤਾ ਹੀ ਨਹੀਂ ਕਿੰਨੇ ਕੁ ਬਣਾ ਲਏ। ਤੇ ਹੁਣ ਜੇ ਰੱਬ ਇੱਕ ਹੈ, ਸਾਡੇ ਬਣਾਏ ਕਿੰਨੇ ਨੇ? ਕਿਹਦੇ ਕੋਲ ਚੱਲ ਕੇ ਜਾਵਾਂਗੇ? ਤੇ ਜਿਹੜਾ ਸਾਡਾ ਬਣਾਇਆ ਰੱਬ ਹੈ ਉਹਨੂੰ ਸਾਡੀ ਲੋੜ ਹੈ, ਸਾਨੂੰ ਉਹਦੀ ਲੋੜ ਤੇ ਹੈ ਹੀ ਨਹੀਂ। ਅਸੀਂ ਚਾਹਾਂਗੇ ਕਿਸੇ ਹੋਰ ਨੂੰ ਬਣਾ ਲਾਂਗੇ। ਜਿਹੜਾ ਅਸੀਂ ਇਨਸਾਨ ਰੱਬ ਬਣਾ ਰਹੇ ਨੇ, ਉਹ ਰੱਬ ਨੂੰ ਇਨਸਾਨਾਂ ਦੀ ਜ਼ਰੂਰਤ ਹੈ। ਉਸ ਰੱਬ ਦੀ ਜ਼ਰੂਰਤ ਇਨਸਾਨਾਂ ਨੂੰ ਨਹੀਂ ਹੈ। ਜਿਹੜਾ ਰੱਬ ਇਨਸਾਨ ਨੂੰ ਬਣਾ ਰਿਹਾ ਹੈ ਨਾ, ਉਸ ਰੱਬ ਦੀ ਜ਼ਰੂਰਤ ਇਨਸਾਨ ਨੂੰ ਹੈ। ਦੁਬਾਰਾ ਦੁਹਰਾ ਦਿਆਂ, ਇੱਕ ਰੱਬ ਹੈ ਜਿਹਨੂੰ ਇਨਸਾਨ ਬਣਾ ਰਿਹਾ ਹੈ, ਮਨੁੱਖ ਬਣਾ ਰਿਹਾ ਹੈ, ਤੇ ਜਿਹੜਾ ਮਨੁੱਖ ਦਾ ਬਣਾਇਆ ਹੋਇਆ ਰੱਬ ਹੈ ਉਹ ਤੇ ਮਨੁੱਖ ਤੋਂ ਹੈ ਹੀ ਛੋਟਾ। ਮਨੁੱਖ ਜਦੋਂ ਜੀ ਚਾਹੇਗਾ ਦੂਜਾ ਬਣਾ ਲੇਗਾ। ਹੁਣ ਜਿਹੜੀ ਚੀਜ਼ ਦੀ ਅਸੀਂ ਮੈਨੂਫੈਕਚਰਿੰਗ ਕਰ ਰਹੇ ਹਾਂ, ਬਣਾ ਰਹੇ ਹਾਂ, ਉਹ ਤੇ ਸਾਡੀ ਮਰਜ਼ੀ ਨਾਲ ਹੀ ਜਿੰਨੀਆਂ ਮਰਜ਼ੀ ਬਣਾ ਲਈਏ। ਇੱਕ ਕਾਰਖਾਨੇ ਦੇ ਵਿੱਚ, ਇੱਕ ਫੈਕਟਰੀ ਦੇ ਅੰਦਰ ਇੱਕ ਵਸਤੂ ਬਣਦੀ ਹੈ। ਇਹ ਤੇ ਹੈ ਨਹੀਂ ਵੀ ਜਿਹੜਾ ਪ੍ਰੋਡਕਟ ਇੱਕ ਬਣ ਗਿਆ ਉਹ ਇੱਕੋ ਹੀ ਪੀਸ ਬਣਨਾ ਹੈ, ਉਹਦੇ ਵਰਗੇ ਕਿੰਨੇ ਬਣ ਜਾਣੇ ਹੋਰ, ਜਿੰਨੇ ਮਰਜ਼ੀ ਬਣਾ ਲਿਓ। ਤੇ ਜੇ ਅਸੀਂ ਰੱਬ ਦੀ ਮੈਨੂਫੈਕਚਰਿੰਗ ਕਰ ਰਹੇ ਹਾਂ, ਉਹਨੂੰ ਬਣਾ ਰਹੇ ਹਾਂ, ਤੇ ਫਿਰ ਅਸੀਂ ਤੇ ਜਿੰਨੇ ਮਰਜ਼ੀ ਤਿਆਰ ਕਰ ਲਈਏ। ਤੇ ਜਿਹੜਾ ਰੱਬ ਸਾਨੂੰ ਬਣਾ ਰਿਹਾ
ਉਹ ਸਾਡੇ ਵਰਗੇ ਕਈ ਬਣਾ ਦੇਗਾ, ਪਰ ਉਹ ਰੱਬ ਵਰਗਾ ਸਾਡੇ ਤੋਂ ਇੱਕ ਵੀ ਨਹੀਂ ਬਣਨਾ। ਇੱਕ ਨਿੱਕਾ ਜਿਹਾ ਪੱਖ ਇੱਥੇ ਇਤਿਹਾਸ ਚੋਂ ਰੱਖਦੇ ਹਾਂ। ਚਮਕੌਰ ਦੀ ਜੰਗ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਖਾਲਸੇ ਨੇ ਜਾਣ ਲਈ ਹੁਕਮ ਕੀਤਾ। ਕੁਝ ਕੁ ਇਤਿਹਾਸਕਾਰਾਂ ਨੇ ਜ਼ਿਕਰ ਇਹ ਵੀ ਕੀਤਾ ਵੀ ਖਾਲਸੇ ਨੇ ਇੱਥੋਂ ਤੱਕ ਕਿਹਾ ਸੀ ਵੀ ਸਤਿਗੁਰੂ ਤੁਸੀਂ ਸਾਡੇ ਵਰਗੇ ਕਈ ਬਣਾ ਲਓਗੇ, ਪਰ ਅਸੀਂ ਤੁਹਾਡੇ ਵਰਗਾ ਇੱਕ ਵੀ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਰੱਬ ਸਾਡੇ ਵਰਗੇ ਕਈ ਬਣਾ ਲੇਗਾ, ਪਰ ਅਸੀਂ ਰੱਬ ਨਹੀਂ ਬਣਾ ਸਕਦੇ। ਤੇ ਜਿਹਨੂੰ ਅਸੀਂ ਰੱਬ ਬਣਾ ਰਹੇ ਹਾਂ ਉਹਦੇ ਵਰਗੇ ਭਾਵੇਂ ਹਜ਼ਾਰਾਂ ਤਿਆਰ ਕਰ ਲਈਏ। ਇਸ ਲਈ ਸਾਡੇ ਬਣਾਏ ਰੱਬ ਤੋਂ ਸਾਨੂੰ ਕੁਝ ਨਹੀਂ ਜੇ ਮਿਲਣਾ, ਨਾ ਸੁੱਖ ਮਿਲਣਾ, ਨਾ ਸ਼ਾਂਤੀ ਮਿਲਣੀ, ਨਾ ਟਿਕਾ ਮਿਲਣਾ, ਤੇ ਨਾ ਸਾਡੀਆਂ ਭਾਵਨਾਵਾਂ ਪੂਰੀਆਂ ਹੋਣੀਆਂ। ਜਦੋਂ ਵੀ ਮਿਲੇਗਾ ਉਦੋਂ ਉਸੇ ਕੋਲੋਂ ਹੀ ਮਿਲੇਗਾ ਜਿਹਨੂੰ ਆਪਾਂ ਮੰਗਲਾਚਰਨ ਦੇ ਰੂਪ ਚ ਪੜ੍ਹ ਕੇ ਆਏ ਸਾਂ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉੱਥੋਂ ਹੀ ਮਿਲਣਾ ਜਦੋਂ ਮਿਲੇਗਾ। ਤੇ ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ ਚ ਆਖ ਦਿੱਤਾ ਸੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹੈ ਅਘਾਏ, ਬਾਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੇ ਰਾਖੈ ਏਕੋ ਆਪ, ਮਾਨਸ ਕੈ ਕਿਛ ਨਾਹੀ ਹਾਥ। ਮਨੁੱਖ ਜਿਹੜੇ ਰੱਬ ਬਣਾ ਰਹੇ ਐ, ਜਾਂ ਤੇ ਪੱਥਰ ਵਰਗੇ ਬਣਾ ਰਹੇ ਐ, ਜਾਂ ਮਨੁੱਖ ਜਿਹੜੇ ਰੱਬ ਬਣਾ ਰਹੇ ਉਹ ਮਨੁੱਖਾਂ ਵਰਗੇ ਬਣਾ ਰਹੇ ਐ। ਤੇ ਫਿਰ ਮਨੁੱਖ ਦਾ ਕੀ ਸਵਾਰੇਗਾ? ਤੇ ਜੇ ਮਨੁੱਖ ਦਾ ਕੁਝ ਨਹੀਂ ਸਵਾਰ ਸਕਦਾ, ਇੱਕ ਪੱਥਰ ਮਨੁੱਖ ਦਾ ਕੀ ਸਵਾਰੇਗਾ? ਆਪਾਂ ਪਿਛਲੇ ਦੀਵਾਨਾਂ ਵਿੱਚ ਇਹ ਸ਼ਲੋਕ ਵਿਚਾਰ ਕੇ ਆਏ ਸਾਂ, ਜਿੱਥੇ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਆਖਿਆ ਸੀ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪ੍ਰਭਾਸੈ ਜੋ ਰਹਿ ਬੂਢੇ ਕਾਲੀ ਤਾਰ। ਉਹਦੇ ਡੁੱਬੇਗਾ ਹੀ ਡੁੱਬੇਗਾ ਨਾ ਜਿਹੜਾ ਪੱਥਰ ਦੇ ਸਹਾਰੇ ਬੈਠਾ। ਤੇ ਮਨੁੱਖ ਕੀ ਬਣਾ ਰਿਹਾ? ਪੱਥਰ ਵਰਗੇ ਰੱਬ ਬਣਾ ਰਿਹਾ, ਜਾਂ ਪੱਥਰ ਨੂੰ ਰੱਬ ਬਣਾ ਰਿਹਾ। ਤੇ ਜਿਹੜਾ ਪੱਥਰ ਨੂੰ ਰੱਬ ਬਣਾ ਕੇ ਬੈਠਾ, ਬੂਢੇ ਕਾਲੀ ਤਾਰ। ਤੇ ਅੱਜ ਭਗਤ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਗਹਿ ਗੱਚ ਪਰਿਓ ਕੁਟੰਬ ਕੈ, ਆਪਣੇ ਪਰਿਵਾਰ ਦੇ ਝਮੇਲਿਆਂ 'ਚ ਇੰਨਾ ਕੁ ਫਸ ਗਿਆ, ਕੰਠੇ ਰਹਿ ਗਏ ਉਹ ਰਾਮ ਜਿਹੜਾ ਨਾ ਇੱਕ ਪਾਸੇ ਹੀ ਰਹਿ ਗਿਆ। ਅਸੀਂ ਧਰਮ ਦਾ ਵੀ ਠੇਕਾ ਮਾਰਨਾ ਸ਼ੁਰੂ ਕਰ ਲਿਆ। ਕਿੰਨਾ ਠੇਕਾ ਕਰਦੇ ਧਰਮ ਦਾ? ਧਨ ਲੈ ਲਓ, ਪੈਸੇ ਲੈ ਲਓ, ਸਾਡੇ ਨਾਂ ਦਾ ਧਰਮ ਤੁਸੀਂ ਕਮਾ ਦਿਓ। ਅਸੀਂ ਤੇ ਰੱਬ ਨੂੰ ਵਿਖਾਉਣਾ ਹੀ ਹੈ ਨਾ ਵੀ ਰੱਬਾ ਅਸੀਂ ਵੀ ਤੈਨੂੰ ਚੇਤੇ ਕਰਦੇ ਰਹੇ। ਤੇ ਫਿਰ ਇਹ ਅਸੀਂ ਕੰਠੇ ਰਹਿ ਗਏ, ਰਾਮ ਇੱਕ ਪਾਸੇ ਹੀ ਹੈ ਨਾ। ਸਾਨੂੰ ਤੇ ਪੈਸੇ ਨਾਲ ਮਤਲਬ ਹੈ, ਪੈਸਾ ਆਉਣਾ ਚਾਹੀਦਾ, ਤੇ ਪੈਸਾ ਕਮਾਵਾਂਗੇ, ਪੈਸੇ ਦੇ ਕੇ ਅਸੀਂ ਰੱਬ ਖਰੀਦ ਲਾਂਗੇ। ਤੇ ਉਹੀ ਹਾਲਾਤ ਨੇ। ਤੇ ਸਤਿਗੁਰੂ ਜੀ ਕਹਿੰਦੇ ਵੀ ਨਹੀਂ ਸੱਜਣਾ, ਜੇ ਤੂੰ ਪਰਿਵਾਰ ਦੇ ਝਮੇਲਿਆਂ 'ਚ ਫਸਿਆ ਨਾ, ਤੇ ਜਿੰਨਾ ਮਰਜ਼ੀ ਜ਼ੋਰ ਲਾ ਲਾ, ਵੀ ਤੂੰ ਰੱਬ ਨੂੰ ਨਾ ਸੰਸਾਰਕ ਝਮੇਲਿਆਂ 'ਚ ਫਸਿਆ ਹੋਇਆ ਹਾਸਲ ਨਹੀਂ ਕਰ ਸਕਦਾ। ਜਿੱਦਣ ਵੀ ਮਿਲੇਗਾ ਤੈਨੂੰ ਸੰਸਾਰਕ ਝਮੇਲਿਆਂ ਤੋਂ ਉੱਪਰ ਹੀ ਉੱਠਣਾ ਪੈਣਾ। ਜਿੱਦਣ ਉਹ ਮਿਲ ਗਿਆ, ਜਾਂ ਇਹ ਕਹਿ ਸਕਦੇ ਆ ਵੀ ਜਿੱਦਣ ਉਹ ਮਿਲ ਗਿਆ, ਉਦਣ ਸੰਸਾਰਕ ਝਮੇਲੇ ਛੁੱਟ ਜਾਣਗੇ। ਤੇ ਜਿੰਨਾ ਚਿਰ ਉਹ ਨਹੀਂ ਮਿਲਿਆ, ਜਿੰਨਾ ਚਿਰ ਜਾਂ ਅਸੀਂ ਸੰਸਾਰਕ ਝਮੇਲਿਆਂ 'ਚ ਫਸੇ ਬੈਠੇ ਆ, ਉਹਨਾਂ ਚਿਰ ਉਹਦੀ ਹਾਸਲਤਾ ਨਹੀਂ ਹੈ। ਸੰਸਾਰੀ ਬੰਦਾ ਕਦੇ ਨਿਰੰਕਾਰੀ ਨਹੀਂ ਬਣ ਸਕਦਾ। ਤੇ ਜਿਹੜਾ ਨਿਰੰਕਾਰੀ ਬਣ ਜਾਏਗਾ ਉਹ ਸੰਸਾਰੀ ਨਹੀਂ ਰਹਿੰਦਾ, ਉਹ ਸੰਸਾਰ ਤੋਂ ਪਰਾਮ ਹੋ ਜਾਂਦਾ। ਗਹਿ ਗੱਚ ਪਰਿਓ ਕੁਟੰਬ ਕੈ, ਕੰਠੇ ਰਹਿ ਗਿਓ ਰਾਮ। ਆਏ ਪਰੇ ਧਰਮ ਰਾਏ ਕੇ, ਵਿੱਚ ਹੈ ਤੁਮਾ ਧਾਮ। ਅਖੀਰ ਹੋਇਆ ਕਿ ਗਹਿ ਗੱਚ ਵਿੱਚ ਪਿਆ ਹੋਇਆ ਬੰਦਾ ਰੱਬ ਨੂੰ ਮਹਿਸੂਸ ਕਰ ਨਹੀਂ ਸਕਿਆ, ਰੱਬ ਨੂੰ ਪ੍ਰਾਪਤ ਨਹੀਂ ਕਰ ਸਕਿਆ। ਮੌਤ ਆ ਗਈ, ਮੌਤ ਲੈ ਗਈ, ਵਿੱਚ ਹੈ ਧੂਮਾ ਧਾਮ। ਸਾਰੀਆਂ ਰੌਣਕਾਂ ਇੱਥੇ ਹੀ ਰਹਿ ਗਈਆਂ, ਸਾਰੀ ਰੌਣਕ ਇੱਥੇ ਹੀ ਰਹਿ ਗਈ। ਰੱਬ ਤੇ ਪਹਿਲਾਂ ਹੀ ਇੱਕ ਪਾਸੇ ਰੱਖਿਆ ਹੋਇਆ ਸੀ, ਉਹ ਇੱਕ ਪਾਸੇ ਹੀ ਰਹਿ ਗਿਆ। ਜਿੰਨਾ ਵਿੱਚ ਬੈਠਾ ਸੀ ਉਹ ਵੀ ਸਾਰਾ ਕੁਝ ਇੱਕ ਪਾਸੇ ਹੋ ਗਿਆ। ਪਹੁੰਚ ਕਿੱਥੇ ਗਿਆ? ਆਏ ਪਰੇ ਧਰਮ ਰਾਏ ਕੇ, ਮੌਤ ਆ ਕੇ ਲੈ ਗਈ।
ਤੇ ਹੁਣ ਜਿਹੜਾ ਰੱਬ ਨੇ ਨਿਯਮ ਬਣਾਇਆ ਚੱਲਣਾ ਤੇ ਉਹੀ ਹੈ ਨਾ। ਇਹ ਤੇ ਹੈ ਨਹੀਂ ਵੀ ਬੰਦੇ ਨੂੰ ਰੱਬ ਮਿਲਿਆ ਨਾ ਹੋਵੇ, ਮਹਿਸੂਸ ਬੰਦੇ ਨੇ ਰੱਬ ਨੂੰ ਕੀਤਾ ਨਾ ਹੋਵੇ ਤੇ ਬੰਦੇ ਨੂੰ ਮੌਤ ਵੀ ਨਹੀਂ ਆਉਣੀ। ਫਿਰ ਤੇ ਇਦਾਂ ਕੋਈ ਵੀ ਨਾ ਚੇਤਾ ਕਰੇ ਰੱਬ ਨੂੰ ਵੀ ਸਾਨੂੰ ਜਿੰਨਾ ਚਿਰ ਅਸੀਂ ਰੱਬ ਨੂੰ ਮਿਲ ਨਹੀਂ ਲੈਂਦੇ ਉਹਨਾਂ ਚਿਰ ਕਿਹੜਾ ਮੌਤ ਆਉਣੀ। ਅਸੀਂ ਰੱਬ ਨੂੰ ਚੇਤੇ ਕਰੀਏ ਜਾਂ ਨਾ ਕਰੀਏ, ਮੌਤ ਨੇ ਫਿਰ ਵੀ ਆ ਜਾਣਾ। ਬਸ ਇੰਨਾ ਜਿਹੜਾ ਮਹਿਸੂਸ ਕਰ ਲੈਂਦਾ, ਚੇਤੇ ਕਰ ਲੈਂਦਾ, ਮਾਣ ਲੈਂਦਾ, ਉਹਦਾ ਮਰਨਾ ਵੀ ਸੌਖਾ ਹੋ ਜਾਂਦਾ, ਮੌਤ ਵੀ ਉਹਦੀ ਸੌਖੀ ਹੋ ਜਾਂਦੀ। ਤੇ ਜਿਹੜਾ ਨਹੀਂ ਚੇਤੇ ਕਰਦਾ ਉਹ ਮਰਦਾ, ਮਰਨ ਤੋਂ ਬਾਅਦ ਚ ਵੀ ਪਛਤਾਵਾ, ਸਾਰੀ ਜ਼ਿੰਦਗੀ ਵੀ ਪਛਤਾਵਿਆਂ 'ਚ ਹੀ ਕੱਢੀ ਹੈ। ਸਾਰੀ ਜ਼ਿੰਦਗੀ ਵੀ ਝਮੇਲਿਆਂ 'ਚ ਫਸਿਆ ਰਿਹਾ, ਮਰਨ ਤੋਂ ਬਾਅਦ ਚ ਜੋ ਕੁਝ ਹੋਇਆ ਉਹ ਵੀ ਝਮੇਲਿਆਂ ਵਿੱਚ ਹੀ। ਕਿਉਂਕਿ ਇੱਕ ਨਾ ਮਰਨ ਲੱਗਿਆਂ ਪਛਤਾਵਾ ਤੇ ਬੰਦੇ ਕੋਲ ਰਹਿਣਾ ਹੀ ਹੈ ਨਾ, ਵੀ ਮੈਂ ਆਪਣੀ ਜ਼ਿੰਦਗੀ 'ਚ ਕੀਤਾ ਤੇ ਕੁਝ ਵੀ ਨਹੀਂ। ਮਰਨ ਤੋਂ ਬਾਅਦ ਚ ਕੀ ਹੋਣਾ ਇਸ ਗੱਲ ਦਾ ਕੋਈ ਦਾਅਵਾ ਨਹੀਂ ਹੈ, ਪਰ ਮਰਨ ਲੱਗਿਆਂ ਤੇ ਅਸੀਂ ਮਹਿਸੂਸ ਕਰਾਂਗੇ ਨਾ ਮੈਂ ਤਾਂ ਜ਼ਿੰਦਗੀ 'ਚ ਕੁਝ ਵੀ ਨਹੀਂ ਕੀਤਾ। ਤੇ ਜੇ ਮਰਨ ਲੱਗਿਆਂ ਮਹਿਸੂਸ ਕਰ ਲਿਆ ਵੀ ਮੈਂ ਜ਼ਿੰਦਗੀ 'ਚ ਕੁਝ ਨਹੀਂ ਕੀਤਾ, ਤੇ ਇਹਦਾ ਮਤਲਬ ਬੰਦਾ ਮਰ ਕੇ ਵੀ ਪਛਤਾਵੇ ਵਿੱਚ ਹੀ ਹੈ ਨਾ। ਤੇ ਭਗਤ ਜੀ ਕਹਿੰਦੇ ਧਰਮ ਰਾਏ ਦੇ ਆ ਗਿਆ ਮੌਤ, ਭਾਵ ਆ ਕੇ ਲੈ ਗਈ ਬੀਚੈ ਧੂਮਾ ਧਾਮ। ਜਿੰਨੀਆਂ ਰੌਣਕਾਂ 'ਚ ਫਸਿਆ ਬੈਠਾ ਸੀ ਨਾ ਉਹ ਸਾਰੀਆਂ ਵਿੱਚ ਹੀ ਰਹਿ ਗਈਆਂ। ਇੱਕ ਵੀ ਚੀਜ਼ ਐਸੀ ਨਹੀਂ, ਇੱਕ ਵੀ ਪਦਾਰਥ ਐਸਾ ਨਹੀਂ ਜਿਸ ਪਦਾਰਥ ਨੇ ਇਹਦਾ ਸਹਾਰਾ ਬਣਿਆ ਹੋਵੇ ਜਾਂ ਇਹਦਾ ਸਾਥ ਦਿੱਤਾ ਹੋਵੇ। ਜਿਨ੍ਹਾਂ ਪਦਾਰਥਾਂ ਦੇ ਝਮੇਲਿਆਂ 'ਚ ਫਸਿਆ ਬੈਠਾ ਸੀ, ਮੋਹ 'ਚ ਫਸਿਆ ਬੈਠਾ ਸੀ, ਉਹ ਵੀ ਸਾਰੇ ਇੱਕ ਪਾਸੇ ਹੋ ਗਏ। ਤੇ ਇੱਕ ਵਸਤੂ ਨੇ ਵੀ ਇਹਦਾ ਸਾਥ ਨਾ ਦਿੱਤਾ, ਜਿੰਨੇ ਸਾਥ ਦੇਣਾ ਸੀ ਉਹਨੂੰ ਇਹ ਪਹਿਲੋਂ ਹੀ ਇੱਕ ਪਾਸੇ ਰੱਖ ਕੇ ਬੈਠਾ ਸੀ। ਤੇ ਸਾਰੀਆਂ ਦੀਆਂ ਸਾਰੀਆਂ ਰੌਣਕਾਂ, ਸੰਸਾਰਕ ਝਮੇਲੇ ਵਿੱਚ ਹੀ ਰਹਿ ਗਏ। ਇੱਕ ਨਾ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ, ਜੋ ਸੰਸਾਰ ਦਾ ਸੁਭਾਵ ਹੈ। ਮਾਰੂ ਸੋਹਲਿਆਂ ਦੇ ਵਿੱਚ ਨਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਬਾਲਕ ਮਰੈ ਬਾਲਕ ਕੀ ਲੀਲਾ, ਪਰ ਦੁਨੀਆ ਕੀ ਕਹਿੰਦੀ ਹੈ, ਕਹਿ ਕਹਿ ਰੋਵੇਂ ਬਾਲ ਰੰਗੀਲਾ। ਹੁਣ ਇੱਥੇ ਇੱਕ ਰੱਬ ਦਾ ਨਿਯਮ ਹੈ ਜਿਹੜਾ ਪ੍ਰਗਟ ਹੋ ਰਿਹਾ। ਇੱਕ ਬਾਲਕ ਮਰੈ ਬਾਲਕ ਕੀ ਲੀਲਾ, ਇੱਕ ਬਾਲਕ ਮਰ ਗਿਆ ਬਾਲਕਾਂ ਵਾਲੀਆਂ ਲੀਲਾਵਾਂ ਕਰਦਿਆਂ ਹੋਇਆਂ, ਬਾਲਕਾਂ ਵਾਲੇ ਖੇਡ ਖੇਡਦਿਆਂ ਬਚਪਨ ਵਿੱਚ ਹੀ ਚਲੇ ਗਿਆ। ਜਿਹਨੂੰ ਸੌਖੇ ਲਫ਼ਜ਼ਾਂ 'ਚ ਕਹਾਂਗੇ ਵੀ ਮਰਿਆ, ਮਰ ਵੀ ਬਚਪਨ ਵਿੱਚ ਹੀ ਗਿਆ। ਪਰ ਜਿਹੜੇ ਸੰਸਾਰਕ ਲੋਕ ਸਨ, ਉਸ ਬਾਲਕ ਨਾਲ ਸੰਬੰਧ ਰੱਖਣ ਵਾਲੇ ਸਨ, ਜਾਂ ਜਿਹੜਾ ਕੋਈ ਹੋਰ ਸੁਣਨ ਵਾਲਾ ਸੀ, ਜਦੋਂ ਉਹ ਸੁਣਦਾ ਸੀ ਨਾ ਉਹ ਕੀ ਕਰਦਾ, ਕਹਿ ਕਹਿ ਰੋਵੇਂ, ਆਖ ਆਖ ਕੇ ਰੋਂਦੇ ਨੇ। ਕੀ ਕਹਿੰਦੇ ਨੇ, ਬਾਲ ਰੰਗੀਲਾ, ਬਾਲਕ ਬੜਾ ਵਧੀਆ ਸੀ। ਰੌਣਕਾਂ ਤੇ ਵਿੱਚ ਹੀ ਰਹਿ ਗਈਆਂ ਨਾ, ਕਿਉਂਕਿ ਧਰਮ ਰਾਏ ਨੇ ਪੁੱਛਣਾ ਨਹੀਂ ਹੈ, ਮੌਤ ਨੇ ਪੁੱਛਣਾ ਨਹੀਂ ਹੈ ਵੀ ਮੈਂ ਤੈਨੂੰ ਲੈਣ ਆਵਾਂ ਕਿ ਨਾ ਆਵਾਂ, ਜਾਂ ਲੈ ਕੇ ਜਾਵਾਂ ਕਿ ਨਾ ਜਾਵਾਂ, ਜਾਂ ਤੈਨੂੰ ਕਿੱਥੇ ਲੈ ਕੇ ਜਾਵਾਂ, ਤੈਨੂੰ ਕਦੋਂ ਲੈ ਕੇ ਜਾਵਾਂ, ਉਹਨੇ ਕੁਝ ਨਹੀਂ ਪੁੱਛਣਾ। ਸਤਿਗੁਰੂ ਨੇ ਬਕਾਇਦਾ ਇਸ ਗੱਲ ਦਾ ਜ਼ਿਕਰ ਕਰਦਿਆਂ ਬਾਣੀ ਚ ਆਖਤਾ ਸੀ ਵੀ ਉਹ ਐਸਾ ਹੈ ਬਿਨ ਪੁੱਛਿਆ ਹੀ ਲੈ ਜਾਏ। ਉਹ ਐਸਾ ਨਿਯਮ ਹੈ, ਉਹ ਕਦੇ ਪੁੱਛਦਾ ਨਹੀਂ ਹੈ ਕਿਸੇ ਨੂੰ, ਬਿਨਾਂ ਪੁੱਛਿਆ ਹੀ ਲੈ ਜਾਂਦਾ ਹੈ। ਤੇ ਜੇ ਸਾਰਿਆਂ ਲਈ ਇਹ ਨਿਯਮ ਹੈ, ਸਾਡੇ ਲਈ ਵੱਖਰਾ ਤੇ ਹੋਣਾ ਨਹੀਂ। ਤੇ ਜੇ ਸਾਰੇ ਆਪਣੇ ਝਮੇਲੇ ਇੱਥੇ ਛੱਡ ਕੇ ਜਾਂਦੇ ਨੇ, ਤੇ ਇਹ ਤੇ ਹੈ ਨਹੀਂ ਵੀ ਅਸੀਂ ਝਮੇਲੇ ਆਪਦੇ ਨਾਲ ਲੈ ਜਾਾਂਗੇ, ਸਾਰਾ ਕੁਝ ਸਾਡਾ ਵੀ ਇੱਥੇ ਹੀ ਰਹਿ ਜਾਣਾ। ਤੇ ਫਿਰ ਭਲਾ ਇਸੇ 'ਚ ਹੀ ਹੈ ਕਿ ਕੁਟੰਬ ਦੇ ਗਹਿ ਗੱਚ ਵਿੱਚ ਪੈਣ ਦੀ ਬਜਾਏ, ਕੁਟੰਬ ਦੇ ਝਮੇਲਿਆਂ 'ਚ, ਸੰਸਾਰਕ ਝਮੇਲਿਆਂ 'ਚ ਫਸਣ ਦੀ ਬਜਾਏ, ਕਿਉਂ ਨਾ ਬੈਠ ਕੇ ਨਿਰੰਕਾਰ ਨੂੰ, ਉਸ ਅਕਾਲ ਪੁਰਖ ਨੂੰ ਚੇਤੇ ਕੀਤਾ ਜਾਏ, ਉਸ ਰਾਮ ਨੂੰ ਆਪਣੇ ਜਿਹਨ ਵਿੱਚ ਰੱਖਿਆ ਜਾਏ, ਚਿੰਤਨ ਵਿੱਚ ਰੱਖਿਆ ਜਾਏ, ਜਿਹੜਾ ਜੇ ਮੌਤ ਵੀ ਆਵੇ ਤੇ ਸਾਨੂੰ ਫਿਰ ਉਹ ਆਪਣੀ ਦਰਗਾਹ ਵਿੱਚ ਆਪ ਪ੍ਰਵਾਨ ਕਰਨ ਵਾਲਾ ਹੋਵੇ, ਜਿਹੜਾ ਸਾਡਾ ਆਪ ਸਹਾਇਕ ਬਣ ਕੇ ਨਾਲ ਖੜੋਣ ਵਾਲਾ ਹੋਵੇ। ਤੇ ਫਿਰ ਸੰਸਾਰਕ ਝਮੇਲੇ ਤੇ ਇੱਥੇ ਹੀ ਰਹਿ ਜਾਣੇ। ਪਰ ਇੰਨਾ ਕੁ ਹੋਏਗਾ ਵੀ ਜਦੋਂ ਮਰਾਂਗੇ ਉਦੋਂ ਆਸ ਹੋਏਗੀ
ਵੀ ਮੈਂ ਕੁਛ ਆਪਣੇ ਜੀਵਨ 'ਚ ਖੱਟਿਆ, ਕੁਛ ਕਮਾਇਆ, ਉਹ ਖੱਟਿਆ ਤੇ ਉਹ ਕਮਾਇਆ ਮੇਰਾ ਸਾਥ ਦੇਵੇਗਾ, ਕਿਉਂਕਿ ਮੈਂ ਅਜਾਈ ਨਹੀਂ ਜ਼ਿੰਦਗੀ ਲੰਘਾ ਕੇ ਚੱਲਿਆ, ਮੈਂ ਆਪਣੇ ਜੀਵਨ ਨੂੰ ਸਫਲ ਕਰਕੇ ਚੱਲਿਆ ਹਾਂ। ਕਬੀਰ ਸਾਕਤ ਤੇ ਸੂਕਰ ਭਲਾ, ਰਖ ਆਛਾ ਗਾਓ। ਹੁਣ ਰੱਬ ਨਾਲੋਂ ਟੁੱਟਿਆਂ ਦੀ ਗੱਲ ਕੀਤੀ। ਸਮਾਜ ਵਿੱਚ ਦੋ ਤਰ੍ਹਾਂ ਦੇ ਬੰਦੇ ਰਹਿੰਦੇ, ਰੱਬ ਨਾਲੋਂ ਟੁੱਟੇ ਤੇ ਰੱਬ ਨਾਲੋਂ ਜੁੜੇ। ਸਮਾਜ ਵਿੱਚ ਦੋ ਹੀ ਤਰ੍ਹਾਂ ਦੇ ਬੰਦੇ ਨੇ, ਇੱਕ ਸਫਾਈ ਰੱਖਣ ਵਾਲੇ ਤੇ ਇੱਕ ਗੰਦਗੀ ਫੈਲਾਉਣ ਵਾਲੇ। ਜੀਵ ਵੀ ਦੋ ਹੀ ਤਰ੍ਹਾਂ ਦੇ ਨੇ, ਇੱਕ ਸਫਾਈ ਕਰਨ ਵਾਲੇ ਤੇ ਇੱਕ ਗੰਦਗੀ ਫੈਲਾਉਣ ਵਾਲੇ। ਤੇ ਭਗਤ ਜੀ ਨੇ ਅੱਜ ਜ਼ਿਕਰ ਕਰਦੇ ਆਖਿਆ, ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ। ਬੰਦੇ ਦੀ ਤੁਲਨਾ ਸੂਅਰ ਨਾਲ ਕਰਨੀ ਖੇਡ ਨਹੀਂ ਹੈ। ਕਿਸੇ ਬੰਦੇ ਨੂੰ ਗੰਦਗੀ ਦਾ ਢੇਰ ਦੱਸਣਾ ਹੋਵੇ ਨਾ, ਤੇ ਅਸੀਂ ਉਹਦੇ ਲਈ ਲਫ਼ਜ਼ ਸੂਰ ਵਰਤ ਲੈਣੇ, ਵੀ ਤੂੰ ਤੇ ਸੂਰ ਵਰਗਾ ਹੀ ਹੈ, ਵੀ ਗੰਦਗੀ ਵਿੱਚ ਹੀ ਮੂੰਹ ਮਾਰਿਆ ਕਰ ਜਦੋਂ ਮਾਰਦਾ। ਤੇ ਭਗਤ ਜੀ ਕਹਿੰਦੇ ਰੱਬ ਨਾਲੋਂ ਟੁੱਟਾ ਬੰਦਾ ਸੂਰ ਤੋਂ ਵੀ ਮਾੜਾ ਹੈ। ਕਿੱਡੀ ਹੈਰਾਨੀ ਦੀ ਗੱਲ ਹੈ। ਉਦਾਂ ਕਿਸੇ ਨੂੰ ਕਹਿ ਕੇ ਵੇਖ ਲਓ। ਇੱਕ ਇਹ ਵੀ ਕਾਰਨ ਹੈ, ਭਗਤ ਕਬੀਰ ਸਾਹਿਬ ਦੇ ਸਮੇਂ ਵਿੱਚ ਉੱਚ ਜਾਤੀਆਂ ਵਾਲਿਆਂ ਦੇ ਭਗਤ ਜੀ ਦਾ ਵਿਰੋਧ ਕਰਨਾ, ਕਬੀਰ ਸਾਹਿਬ ਦਾ ਵਿਰੋਧ ਕਰਨਾ ਬੜੇ ਵੱਡੇ ਕਾਰਨ ਨੇ। ਕਿਉਂਕਿ ਜਿਹੜੀ ਭਗਤ ਜੀ ਦੀ ਬਾਣੀ ਹੈ ਨਾ, ਇਹ ਕ੍ਰਾਂਤੀਕਾਰੀ ਲਫ਼ਜ਼ ਨੇ, ਸਾਰੇ ਦੇ ਸਾਰੇ ਕ੍ਰਾਂਤੀਕਾਰੀ ਬੋਲ ਨੇ। ਹੁਣ ਚੰਗੇ ਭਲੇ ਬੰਦਿਆਂ ਨੂੰ ਬੈਠਿਆਂ ਨੂੰ ਜਾ ਕੇ ਸਿੱਧਾ ਕਹਿ ਦੇਣਾ ਉਹ ਤੁਸੀਂ ਸੂਰ ਤੋਂ ਵੀ ਭੈੜੇ ਹੋ, ਉਹਨਾਂ ਨੇ ਤੇ ਵਿਰੋਧ ਕਰਨਾ ਹੀ ਹੈ ਨਾ। ਜਿਹੜਾ ਇਨਸਾਨ ਆਪਣੇ ਜਾਣੇ ਬੜਾ ਵਧੀਆ ਠਾਠ ਬਾਠ ਨਾਲ ਬੈਠਾ ਹੋਵੇ, ਸੋਹਣੇ ਕੱਪੜੇ ਪਾ ਕੇ ਤਨ ਤੇ ਬੈਠਾ ਹੋਵੇ, ਸੁਗੰਧੀ ਦਾ ਅਤਰ ਆਪਣੇ ਪਿੰਡੇ ਤੇ ਲਾ ਕੇ ਬੈਠਾ ਹੋਵੇ, ਤੇ ਕਹਿੰਦਾ ਹੋਵੇ ਵੀ ਮੇਰੇ ਵਰਗਾ ਸੋਹਣਾ ਬੰਦਾ ਹੀ ਰੱਬ ਨੇ ਦੁਨੀਆ ਤੇ ਦੂਜਾ ਬਣਾਇਆ ਕੋਈ ਨਹੀਂ, ਤੇ ਰੱਬ ਨਾਲ ਜੁੜਿਆ ਨਾ ਹੋਵੇ, ਭਗਤ ਕਬੀਰ ਸਾਹਿਬ ਨੇ ਜਾ ਕੇ ਉਹਨੂੰ ਕਹਿਤਾ ਹੋਵੇ ਉਹ ਸੱਜਣਾ ਤੇਰੇ ਨਾਲੋਂ ਤੇ ਸੂਰ ਚੰਗਾ ਹੈ, ਉਹਨੇ ਤੇ ਵਿਰੋਧ ਕਰਨਾ ਹੀ ਹੈ ਨਾ। ਖੈਰ ਇਹ ਪੱਖ ਇੱਕ ਵੱਖਰਾ ਹੈ। ਤੇ ਹੁਣ ਭਗਤ ਜੀ ਨੇ ਜਦੋਂ ਵੇਖਿਆ ਵੀ ਸੰਸਾਰ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ, ਉਹਨਾਂ ਰੱਬ ਨਾਲੋਂ ਟੁੱਟਿਆਂ ਨੂੰ ਜਦੋਂ ਆਖਿਆ ਨਾ ਝੰਜੋੜਿਆ, ਤੇ ਝੰਜੋੜਦਿਆਂ ਉਹਨਾਂ ਨੂੰ ਇਹ ਕਿਹਾ ਉਹ ਤੁਹਾਡੇ ਨਾਲੋਂ ਤੇ ਸੂਰ ਚੰਗਾ ਹੈ। ਕਿਉਂਕਿ ਨਾ ਤੁਸੀਂ ਸਮਾਜ ਵਿੱਚ ਫੈਲਾਈ ਗੰਦਗੀ। ਰੱਬ ਨਾਲ ਟੁੱਟੇ ਨੇ ਕੀ ਕਰਨਾ? ਸਮਾਜ 'ਚ ਗੰਦਗੀ ਹੀ ਫੈਲਾਉਣੀ ਹੈ। ਉਹਨੇ ਦੁਨੀਆ ਨੂੰ ਸਿੱਧਾ ਮਾਰਗ ਨਹੀਂ ਕੋਈ ਦੇਣਾ। ਜੇ ਕੋਈ ਸਿੱਧੇ ਮਾਰਗ ਤੇ ਤੁਰਦਾ ਵੀ ਹੋ ਜਾਣਾ, ਉਹਨੇ ਉਹਨੂੰ ਵੀ ਕਹਿਣਾ ਲੈ ਤੂੰ ਵੱਡਾ ਲੱਗਾ ਭਗਤ ਬਣਨ, ਇਹੀ ਕਹੇਗਾ ਨਾ ਉਹ ਸਮਾਜ ਦੇ ਵਿੱਚ। ਜੇ ਆਪਾਂ ਕਿਸੇ ਰੱਬ ਨਾਲੋਂ ਟੁੱਟੇ ਇਨਸਾਨ ਦੀ ਗੱਲ ਕਰਾਂਗੇ ਜਿਹੜਾ ਵਿਕਾਰਾਂ ਵਿੱਚ ਫਸਿਆ ਬੈਠਾ ਹੈ, ਜੇ ਕੋਈ ਬੰਦਾ ਸਿੱਧੇ ਮਾਰਗ ਤੇ ਤੁਰੇਗਾ ਵੀ ਨਾ, ਉਹਨੇ ਉਹਨੂੰ ਤੁਰਦੇ ਨੂੰ ਵੀ ਫੜ ਲੈਣਾ ਵੀ ਨਾ ਜਾ, ਉਧਰ ਨੂੰ ਛੱਡ, ਉਧਰ ਕੀ ਰੱਖਿਆ। ਤੇ ਭਗਤ ਜੀ ਕਹਿੰਦੇ ਉਹ ਤੇਰੇ ਨਾਲੋਂ ਚੰਗਾ ਨਾ ਸਾਕਤ ਤੇ ਸੂਕਰ ਭਲਾ, ਉਹ ਤੇਰੇ ਨਾਲੋਂ ਸੂਰ ਚੰਗਾ ਹੈ। ਉਹਨੇ ਪੁੱਛਿਆ ਤੁਸੀਂ ਕਿਵੇਂ ਕਹਿ ਸਕਦੇ ਹੋ? ਭਗਤ ਜੀ ਕਹਿੰਦੇ ਰਾਖੇ ਆਛਾ ਗਾਉਂ। ਉਹ ਆਪਣਾ ਨਾ ਪਿੰਡ ਵੀ ਚੰਗਾ ਰੱਖਦਾ ਹੈ, ਆਪਣਾ ਆਸ-ਪਾਸ ਸਾਫ਼ ਰੱਖਦਾ ਹੈ, ਤੇ ਤੂੰ ਸੱਜਣਾ ਆਪਣਾ ਘਰ ਤੱਕ ਗੰਦਲਾ ਕਰ ਛੱਡਿਆ। ਹੁਣ ਸੂਰ ਨਾਲੋਂ ਸੂਰ ਜਿਹੜਾ ਤੇਰੇ ਨਾਲੋਂ ਚੰਗਾ ਹੈ। ਕਿਉਂ ਚੰਗਾ ਹੈ? ਕਿਉਂਕਿ ਸੂਰ ਨੇ ਪਿੰਡ ਦੀ ਗੰਦਗੀ ਨੂੰ ਖਾਧਾ, ਖਾ ਕੇ ਉਹਨੇ ਸਾਫ਼ ਕੀਤਾ। ਉਹਨੇ ਗੰਦਗੀ ਨੂੰ ਫੈਲਾਇਆ ਨਹੀਂ, ਗੰਦਗੀ ਨੂੰ ਸਾਫ਼ ਕੀਤਾ। ਤੇ ਤੂੰ ਸਮਾਜ 'ਚ ਗੰਦਗੀ ਫੈਲਾਈ ਬੈਠਾ, ਕਿੰਨੇ ਵਿਕਾਰ ਭੋਗਦਾ। ਰੱਬ ਨਾਲ ਟੁੱਟਾ ਬੰਦਾ ਵਿਕਾਰ ਹੀ ਭੋਗੇਗਾ ਨਾ। ਕਦੇ ਕਿਸੇ ਵਿਕਾਰ 'ਚ ਫਸਿਆ ਬੈਠਾ ਹੋਏਗਾ, ਕਦੇ ਕਿਸੇ ਵਿਕਾਰ 'ਚ ਫਸਿਆ ਬੈਠਾ ਹੋਏਗਾ। ਹੋ ਸਕਦਾ ਹੋਰ ਕੁਝ ਨਹੀਂ ਤੇ ਨਸ਼ਿਆਂ 'ਚ ਹੀ ਫਸਿਆ ਬੈਠਾ ਹੋਵੇ, ਤੇ ਸਮਾਜ ਨੂੰ ਗੰਦਲਾ ਹੀ ਕਰਨਾ। ਹੋਰ ਕੁਝ ਨਹੀਂ, ਵਿਕਾਰਾਂ ਵਿੱਚ ਹੀ ਫਸਿਆ ਬੈਠਾ ਹੋਏਗਾ, ਚੋਰੀ ਕਰਨ ਲੱਗ ਜਾਏਗਾ, ਉਹ ਕਿਸੇ ਨਾਲ ਕੁੱਟਮਾਰ ਕਰਨ ਲੱਗ ਜਾਏਗਾ, ਗਰੀਬਾਂ ਤੇ ਅਤਿਆਚਾਰ ਕਰਨ ਲੱਗ ਜਾਏਗਾ, ਗਰੀਬਾਂ ਮਜ਼ਲੂਮਾਂ ਨੂੰ ਮਾਰਨ ਲੱਗ ਜਾਏ। ਕੀ ਹੈ? ਗੰਦਗੀ ਹੋਈ ਹੈ। ਇਹ ਨਹੀਂ ਵੀ ਕੂੜਾ ਸੁੱਟ ਦੇਣਾ,
ਗੰਦਗੀ ਚੁੱਕ ਕੇ ਗੰਦਗੀ ਵਾਲਾ ਡਸਟਬਿਨ ਪਲਟ ਦੇਣਾ, ਇਹ ਗੰਦਗੀ ਫੈਲਾਉਣਾ ਨਹੀਂ ਹੈ। ਸਮਾਜ 'ਚ ਬੰਦਾ ਆ ਗੰਦਗੀ ਫੈਲਾਉਂਦਾ ਹੈ। ਉਦਾਂ ਤੇ ਬੰਦਾ ਕਹਿ ਸਕਦਾ ਮੈਂ ਬਹੁਤ ਸਫਾਈ ਪਸੰਦ ਆ ਜੀ, ਮੈਂ ਨਹੀਂ ਕਿਸੇ ਦੇ ਆਪਣੇ ਪਿੰਡੇ ਦੇ ਉੱਤੇ ਇੱਕ ਮਿੱਟੀ ਦਾ ਕਣ ਵੀ ਵੇਖ ਸਕਦਾ, ਆਪਣੇ ਘਰ 'ਚ ਮੈਂ ਮਿੱਟੀ ਨਹੀਂ ਵੇਖ ਸਕਦਾ, ਆਪਣੇ ਆਸ-ਪਾਸ ਮੈਂ ਮਿੱਟੀ ਨਹੀਂ ਵੇਖ ਸਕਦਾ, ਮੈਂ ਬਹੁਤ ਸਫਾਈ ਪਸੰਦ ਆ। ਉਹ ਸੱਜਣਾ, ਜੇ ਸਫਾਈ ਪਸੰਦ ਹੈ ਤੇ ਆਪਣੇ ਜੀਵਨ ਵਿੱਚ ਵੀ ਕਦੇ ਸਫਾਈ ਰੱਖਿਆ ਕਰ। ਐਵੇਂ ਕਿਉਂ ਇੰਨਾ ਗੰਦਗੀਆਂ 'ਚ ਫਸਿਆ ਤੇ ਰੱਬ ਨਾਲੋਂ ਟੁੱਟ ਕੇ ਸੂਅਰ ਤੋਂ ਭੈੜੀ ਜ਼ਿੰਦਗੀ ਜਿਉਣ ਲੱਗਾ। ਭਗਤ ਕਬੀਰ ਸਾਹਿਬ ਜੀ ਦਾ ਜੋ ਕਹਿਣਾ ਹੈ, ਸਾਖਤ ਤੇ ਸੂਕਰ ਭਲਾ ਰੱਖੈ ਅੱਛਾ ਗਾਉ, ਉਹ ਗਾਉ ਤੱਕ ਅੱਛਾ ਰੱਖਦਾ, ਚੰਗਾ ਰੱਖਦਾ, ਤੇ ਤੂੰ ਸੱਜਣਾ ਆਪਣਾ ਘਰ ਤੱਕ ਨਹੀਂ ਚੰਗਾ ਰੱਖ ਸਕਿਆ। ਤੂੰ ਤੇ ਨਸ਼ੇ ਦੀਆਂ ਵਸਤੂਆਂ ਆਪਣੇ ਘਰ 'ਚ ਵੀ ਲਿਆ ਕੇ ਰੱਖ ਲਈਆਂ। ਤੂੰ ਤੇ ਨਸ਼ੀਲੇ ਪਦਾਰਥ ਘਰ 'ਚ ਛੱਡ ਆਪਣੀ ਜੇਬ 'ਚ ਪਾ ਕੇ ਤੁਰਿਆ ਫਿਰਦਾ। ਤੂੰ ਤੇ ਤੁਰਦਾ ਫਿਰਦਾ ਇੱਕ ਕੂੜੇ ਦਾ ਢੇਰ ਹੈ। ਇਨਸਾਨ ਦੀ ਜੋ ਹਾਲਾਤ ਨੇ, ਤੁਰਦਾ ਫਿਰਦਾ ਜੇਬ 'ਚ ਕਿੰਨੀਆਂ ਨਸ਼ੇ ਦੀਆਂ ਨਸ਼ੀਲੇ ਪਦਾਰਥ ਪਾ ਕੇ ਤੁਰਿਆ ਫਿਰਦਾ। ਤੁਰਦਾ ਫਿਰਦਾ ਇੱਕ ਗੰਦਗੀ ਹੈ ਨਾ। ਜੇਬ 'ਚ ਨਹੀਂ ਹੋਣਗੇ, ਮੂੰਹ 'ਚ ਪਾ ਕੇ ਤੁਰਿਆ ਫਿਰਦਾ ਹੋਏਗਾ, ਗੰਦਗੀ ਦਾ ਢੇਰ ਹੀ ਹੈ। ਜਿਹੜਾ ਹਰ ਵਕਤ ਆਪਣੇ ਮੁੱਖ 'ਚ ਗੰਦਗੀ ਪਾ ਕੇ ਫਿਰਦਾ, ਅਸੀਂ ਉਹਨੂੰ ਕੀ ਕਵਾਂਗੇ? ਬੰਦਾ ਤੇ ਕਹਿ ਨਹੀਂ ਸਕਦੇ। ਗੰਦਗੀ ਕਦੇ ਬੰਦੇ ਨੂੰ ਖਾਂਦੇ ਵੇਖਿਆ? ਬੰਦਾ ਕਦੇ ਗੰਦਗੀ ਖਾਂਦਾ ਹੋਵੇ? ਇਨਸਾਨ ਜਿਹਨੂੰ ਪਤਾ ਹੋਵੇ ਵੀ ਆ ਚੀਜ਼ ਖਾਣ ਵਾਲੀ ਤੇ ਇਹ ਨਹੀਂ ਖਾਣ ਵਾਲੀ, ਜਿਹਨੂੰ ਪਤਾ ਹੈ ਨਾ, ਉਹ ਖਾਣ ਵਾਲੀ ਹੀ ਖਾਂਦਾ ਹੈ। ਤੇ ਜਿਹਨੂੰ ਨਹੀਂ ਪਤਾ ਉਹ ਭੱਖ ਸਭ ਖਾਏ, ਸਾਰਾ ਕੁਝ ਹੀ ਖਾਧੀ ਜਾਂਦਾ। ਤੇ ਫਿਰ ਅਸੀਂ ਉਹਨਾਂ ਨੂੰ ਮਨੁੱਖ ਨਹੀਂ ਕਹਿ ਸਕਦੇ ਜਿਹੜੇ ਗੰਦਗੀ ਖਾ ਰਹੇ ਨੇ। ਗੰਦਗੀ ਕਈ ਤਰ੍ਹਾਂ ਦੀ ਹੈ, ਚਾਹੇ ਨਸ਼ੀਲੇ ਪਦਾਰਥਾਂ ਦੇ ਰੂਪ 'ਚ ਕਹਿ ਲਓ ਜਾਂ ਹੋਰ ਵਸਤੂਆਂ ਪਦਾਰਥਾਂ ਦੇ ਰੂਪ 'ਚ ਕਹਿ ਲਓ, ਕਈ ਤਰ੍ਹਾਂ ਦੀ ਹੈ। ਤੇ ਜਿਹੜੇ ਖਾ ਰਹੇ ਨੇ ਉਹ ਇਨਸਾਨ ਖਵਾਉਣ ਦੇ ਹੱਕਦਾਰ ਨਹੀਂ। ਤੇ ਭਗਤ ਜੀ ਕਹਿੰਦੇ ਸਾਕਤ ਤੇ ਸੂਕਰ ਭਲਾ ਰਾਖੈ ਅੱਛਾ ਗਾਉ। ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲਹਿ ਨਾਓ। ਸ਼ਾਇਦ ਇਸ ਤੋਂ ਵੱਡੀ ਠੋਕਰ ਨਾ ਹੋਵੇ ਕੋਈ, ਜੇ ਕਿਤੇ ਮਨ ਮਹਿਸੂਸ ਕਰ ਲਏ ਵੀ ਸੱਜਣਾ, ਜੇ ਤੂੰ ਐਡੀ ਗੰਦੀ ਜ਼ਿੰਦਗੀ ਗੁਜ਼ਾਰ ਕੇ ਜਾਏਗਾ ਨਾ, ਤੇ ਤੈਨੂੰ ਕਿਸੇ ਚੇਤੇ ਵੀ ਨਹੀਂ ਕਰਨਾ। ਸੂਰ ਨੂੰ ਫਿਰ ਵੀ ਕਦੇ ਕਦੇ ਪਿੰਡ ਵਾਲੇ ਚੇਤਾ ਕਰ ਲਿਆ ਕਰਨਗੇ, ਪਰ ਤੈਨੂੰ ਨਹੀਂ ਕਿਸੇ ਚੇਤੇ ਕਰਨਾ। ਔਰ ਸੱਚ ਵੀ ਜਾਣਿਓ ਇਸ ਗੱਲ ਨੂੰ, ਜਿਹੜਾ ਸਮਾਜ 'ਚ ਗੰਦਗੀ ਫੈਲਾਉਣ ਵਾਲਾ ਨਾ, ਜਿੱਦਣ ਮਰਦਾ ਨਾ ਉਹ, ਉਦਣ ਦੁਨੀਆ ਵਾਲੇ ਲੋਕ ਨਾ ਪ੍ਰਸੰਨਤਾ ਨਾਲ ਹੁਲਾਰੇ ਖਾਂਦੇ ਵੀ ਅੱਜ ਮਰ ਗਿਆ, ਸ਼ੁਕਰ ਹੈ ਸਮਾਜ ਦੀ ਗੰਦਗੀ ਮੁੱਕੀ। ਆ ਸੱਚ ਹੈ, ਇਹਦੇ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਜਿਹਨੇ ਸਮਾਜ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲਾਈ ਹੋਵੇ ਨਾ, ਜਿਸ ਦਿਨ ਉਹ ਮਰਦਾ ਹੈ, ਦੁਨੀਆ ਵਾਲੇ ਖੁਸ਼ੀ ਜ਼ਾਹਰ ਕਰਦੇ ਵੀ ਅੱਜ ਮਰਿਆ ਹੈ। ਸਮਾਜ 'ਚ ਇੱਕ ਗੰਦਾ ਇਨਸਾਨ ਚਲੇ ਗਿਆ, ਗੰਦਗੀ ਫੈਲਾਉਣ ਵਾਲਾ ਚਲੇ ਗਿਆ। ਤੇ ਭਗਤ ਜੀ ਕਹਿੰਦੇ ਉਹ ਸਾਖਤ ਬਪੁਰਾ ਮਰ ਗਿਆ, ਉਹ ਜਿਹੜਾ ਰੱਬ ਨਾਲ ਟੁੱਟਿਆ ਸੀ ਉਹ ਮਰ ਗਿਆ। ਕੋ ਨਾ ਲਹਿ ਨਾਉ, ਕਿਸੇ ਨੇ ਉਹਦਾ ਨਾਂ ਵੀ ਨਹੀਂ ਲਿਆ। ਸਗੋਂ ਜੇ ਲਿਆ ਵੀ ਨਾ ਤੇ ਇੱਕੋ ਦਿਨ ਲਿਆ ਤੇ ਲੈਣ ਲੱਗਿਆ ਵੀ ਉਹਨਾਂ ਇਹ ਕਿਹਾ ਬੜਾ ਚੰਗਾ ਹੋਇਆ ਵੀ ਇਹ ਮਰਿਆ ਹੈ। ਪਰ ਭਗਤ ਜੀ ਕਹਿੰਦੇ ਜਿੱਦਣ ਸੂਰ ਮਰ ਜਾਂਦਾ ਹੈ ਨਾ, ਉਦਣ ਪਿੰਡ ਵਾਲੇ ਕਿਤੇ ਬਹਿ ਬਹਿ ਕੇ ਨਾ ਚੇਤੇ ਕਰ ਹੀ ਲੈਂਦੇ ਵੀ ਵਿਚਾਰਾ ਚੰਗਾ ਹੁੰਦਾ ਸੀ, ਸਾਡੇ ਪਿੰਡ ਦੀ ਗੰਦਗੀ ਤੇ ਸਾਫ਼ ਰੱਖਦਾ ਸੀ, ਸਾਡੇ ਆਸ-ਪਾਸ ਨੂੰ ਤੇ ਸਾਫ਼ ਰੱਖਦਾ ਸੀ, ਗੰਦਗੀ ਤੇ ਖਾ ਰੱਖਦਾ ਸੀ, ਸਫਾਈ ਰੱਖਦਾ ਸੀ ਸਾਡੇ ਪਿੰਡ ਦੀ। ਉਹ ਮਰ ਗਿਆ ਵਿਚਾਰਾ, ਹੁਣ ਕੌਣ ਆਏਗਾ? ਉਹਨੂੰ ਚੇਤਾ ਕਰ ਲੈਂਦੇ ਨੇ ਜਿਹੜਾ ਗੰਦਗੀ ਖਾ ਕੇ ਤੇ ਸਫਾਈ ਕਰ ਰਿਹਾ ਹੈ। ਉਹਨੂੰ ਕਦੇ ਚੇਤਾ ਨਹੀਂ ਕਰਦੇ ਜਿਹੜਾ ਸਫਾਈ ਪਸੰਦ ਇਨਸਾਨ ਤੇ ਸਮਾਜ 'ਚ ਗੰਦਗੀ ਫੈਲਾਉਂਦਾ ਹੋਵੇ ਆਪਣੇ ਕੰਮਾਂ ਰਾਹੀਂ ਜਾਂ ਕਿਸੇ ਹੋਰ ਢੰਗ ਦੇ ਨਾਲ। ਉਹਨੂੰ ਕੌਣ ਚੇਤੇ ਕਰਦਾ? ਅੱਜ ਇੱਕ ਬੜਾ ਵੱਡਾ ਸੰਦੇਸ਼ ਵੀ ਕਹਿ ਸਕਦੇ ਹਾਂ, ਉਪਦੇਸ਼ ਹੈ ਜਿਹੜਾ ਭਗਤ ਜੀ ਨੇ ਦਿੱਤਾ, ਤੇ ਇੱਕ ਬੜੀ ਵੱਡੀ ਠੋਕਰ ਵੀ ਹੈ ਜਿਹੜੀ ਅੱਜ ਉਹਨਾਂ ਸਾਨੂੰ ਮਾਰੀ ਵੀ ਸ਼ਾਇਦ ਕਿਤੇ ਮਨਾਂ ਨੂੰ ਵੱਜ ਜਾਏ ਤੇ ਸੱਚਮੁੱਚ ਮਨ ਨੂੰ ਪਤਾ ਲੱਗ ਜਾਏ ਵੀ ਅੱਜ ਤੱਕ ਸਮਾਜ 'ਚ ਗੰਦਗੀ ਹੋਈ ਫੈਲਾਈ ਹੈ। ਸਮਾਜ ਵਿੱਚ ਅੱਜ ਤੱਕ ਭਲਾ ਨਹੀਂ ਕੀਤਾ, ਗੰਦਗੀ ਹੋਈ ਫੈਲਾਈ ਹੈ। ਔਰ ਸੱਚਮੁੱਚ ਕੇਵਲ ਸੰਸਾਰਿਕ ਝਮੇਲਿਆਂ 'ਚ ਫਸ ਕੇ ਨਾ ਰਾਮ ਨੂੰ, ਰੱਬ ਨੂੰ ਅਸੀਂ ਆਪਣੇ ਤੋਂ ਪਾਸੇ ਹੀ ਰੱਖਿਆ। ਤੇ ਕਹਿ ਸਕਦੇ ਹਾਂ ਧਰਮ ਨੂੰ ਵੀ ਅਸੀਂ ਇੱਕ ਕਿੱਤਾ ਬਣਾ ਕੇ ਤੁਰਿਆ।
ਧਰਮ ਨੂੰ ਵੀ ਇੱਕ ਕਾਰੋਬਾਰ, ਰੱਬ ਨੂੰ ਵੀ ਅਸੀਂ ਵਪਾਰ ਕਰਨ ਲਈ ਵਰਤਿਆ, ਵਪਾਰੀ ਬਣ ਗਏ ਅਸੀਂ ਤੇ। ਕਿਤੇ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਮਿਹਰ ਕਰਨ ਮਾਲਕ ਪਾਤਸ਼ਾਹ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਸਾਡੇ ਸਿਰਾਂ ਤੇ ਰੱਖ ਕਰਕੇ ਕਿਤੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪਿਆਰ ਬਖਸ਼ਿਸ਼ ਕਰਨ। ਸਤਿਗੁਰੂ ਦੀ ਮਿਹਰ ਸਦਕਾ ਕਿਤੇ ਸਾਡੇ ਹਿਰਦਿਆਂ ਵਿੱਚ ਉਸ ਅਕਾਲ ਪੁਰਖ ਦਾ ਵਾਸਾ ਹੋ ਜਾਏ ਤੇ ਮਾਲਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨ ਦੀ ਸਾਨੂੰ ਜਾਚ ਆ ਜਾਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ, ਚਾਓ ਇਹੋ ਤਾਂ ਜੋ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਚਾ ਗਾਓ। ਉਹ ਸਾਕਤ ਬਪੁਰਾ ਮਰ ਗਿਆ, ਕੋਇ ਨਾ ਲਹਿ ਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ